ਸਤਿ ਸ਼੍ਰੀ ਅਕਾਲ। ਤੁਸੀਂ ਇਸ ਵਕਤ ਜੁੜੇ ਹੋ ਜਸ ਟੀਵੀ ਦੇ ਨਾਲ। ਮਜ਼ਮੂਨ ਤੁਸੀਂ ਪੜ੍ਹ ਲਿਆ ਸਮਾਜ ਸੇਵਾ ਅਤੇ ਸੰਵਿਧਾਨ। ਇਹਨਾਂ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ, ਇੱਕ ਦੂਜੇ ਦੀਆਂ ਪੂਰਕ ਨੇ। ਪਰੰਤੂ ਮੈਂ ਸਿਰਫ ਭਾਰਤ, ਹਿੰਦੁਸਤਾਨ ਜਾਂ ਪੰਜਾਬ ਦੀ ਗੱਲ ਨਹੀਂ ਕਰਾਂਗਾ। ਜਦੋਂ ਅਸੀਂ ਦੁਨੀਆ ਪੱਧਰ ਦੇ ਉੱਤੇ ਵਿਚਰਦੇ ਹੁੰਦੇ ਹਾਂ ਉਦੋਂ ਅਸੀਂ ਗਲੋਬਲੀ ਹੋ ਜਾਂਦੇ ਹਾਂ। ਔਰ ਵੈਸੇ ਵੀ 1990 ਦੀਆਂ ਆਈਆਂ ਹੋਈਆਂ ਕ੍ਰਾਂਤੀਆਂ ਤੋਂ ਬਾਅਦ, ਕਿਉਂਕਿ 1990 ਦੇ ਵਿੱਚ ਜਿਹੜੀਆਂ ਆਰਥਿਕ ਉਦਾਰਵਾਦੀ ਨੀਤੀਆਂ ਆਈਆਂ ਸੀਗੀਆਂ, ਮੈਂ ਇਸ ਦੇ ਅੰਗਰੇਜ਼ੀ ਸ਼ਬਦਾਂ ਵਿੱਚ ਨਹੀਂ ਪਵਾਂਗਾ ਜਾਣਬੁੱਝ ਕੇ, ਉਹਨਾਂ ਆਰਥਿਕ ਨੀਤੀਆਂ ਤੋਂ ਬਾਅਦ ਪੂਰੀ ਦੁਨੀਆ ਇੱਕ ਗਲੋਬਲ ਪਿੰਡ ਬਣ ਗਈ। ਅੱਜ ਅਸੀਂ ਚੰਡੀਗੜ੍ਹ ਤੋਂ ਭਾਵੇਂ ਕਲਕੱਤਾ ਜਾਣਾ ਹੋਵੇ ਤੇ ਭਾਵੇਂ ਅਮਰੀਕਾ ਜਾਣਾ ਹੋਵੇ ਜਾਂ ਕੈਨੇਡਾ ਜਾਣਾ ਹੋਵੇ ਤਾਂ ਫਿਰ ਸਾਨੂੰ ਓਨਾ ਕੁ ਸਮਾਂ ਹੀ ਲੱਗਦਾ ਹੈ ਜਿੰਨਾ ਕੁ ਸਮਾਂ ਕਲਕੱਤੇ ਜਾਣ ਨੂੰ ਲੱਗਦਾ ਚੰਡੀਗੜ੍ਹ ਤੋਂ। 2-4 ਘੰਟੇ ਦੀ ਕੋਈ ਗੱਲ ਨਹੀਂ ਹੁੰਦੀ। ਪਰ ਦਿਮਾਗੀ ਤੌਰ ਦੇ ਉੱਤੇ ਅਸੀਂ ਕਿੱਥੇ ਪਹੁੰਚ ਰਹੇ ਹੁੰਦੇ ਹਾਂ, ਸਰੀਰਕ ਤੌਰ ਦੇ ਉੱਤੇ ਤਾਂ ਬੇਸ਼ੱਕ ਅਸੀਂ ਕਿਤੇ ਵੀ ਪਹੁੰਚ ਜਾਂਦੇ ਹਾਂ। ਹਾਲਾਤ ਇਸ ਤਰੀਕੇ ਨਾਲ ਸ਼ਾਇਦ ਗੰਧਲੇ ਹੋ ਚੁੱਕੇ ਨੇ ਕਿ ਸਾਨੂੰ ਸਮਾਜ ਸੇਵਾ ਔਰ ਸੰਵਿਧਾਨ ਇਸ ਵਿਸ਼ੇ ਦੇ ਉੱਤੇ ਵਾਰ-ਵਾਰ ਗੱਲ ਕਰਨੀ ਪੈਂਦੀ ਹੈ। ਇਸ ਗੱਲ ਦੇ ਕਰਨ ਦਾ ਸਬਬ ਸ਼ਾਇਦ ਇਹ ਬਣਦਾ ਹੈ ਕਿ ਜਿਹੜੇ ਲੋਕ ਸੱਚਮੁੱਚ ਸਮਾਜ ਸੇਵਾ ਦੇ ਨਾਲ ਜੁੜੇ ਹੋਏ ਨੇ ਜਾਂ ਸਮਾਜ ਸੇਵਾ ਨੂੰ ਆਪਣੇ ਕਾਰਜਾਂ ਦੇ ਨਾਲ ਪੂਰਾ ਕਰ ਰਹੇ ਨੇ, ਜਾਂ ਜਿਸ ਭਾਸ਼ਾ ਦੇ ਵਿੱਚ ਮੈਂ ਗੱਲ ਕਰ ਰਿਹਾ ਯਾਨੀ ਕਿ ਪੰਜਾਬੀ ਲਿਪੀ ਬੋਲੀ ਦੇ ਆਧਾਰ ਦੇ ਉੱਤੇ ਜਾਂ ਭਾਸ਼ਾ ਦੇ ਆਧਾਰ ਦੇ ਉੱਤੇ, ਜੇਕਰ ਸਾਨੂੰ ਪੰਜਾਬੀ ਮਿਲੀ ਹੈ, ਪੰਜਾਬ ਮਿਲਿਆ ਹੈ, ਤਾਂ ਫਿਰ ਸਾਨੂੰ ਗੁਰੂ ਵੀ ਮਿਲੇ ਨੇ, ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਮਿਲੇ ਹੈ। ਤਾਂ ਫਿਰ ਉਸ ਦੇ ਆਧਾਰ ਦੇ ਉੱਤੇ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨਾਲੋਂ ਚੰਗਾ ਕੋਈ ਨਹੀਂ ਹੋ ਸਕਦਾ ਜਿਹੜਾ ਸਾਨੂੰ ਇਸ ਵਿਸ਼ੇ ਦੇ ਉੱਤੇ ਚਾਨਣਾ ਪਾ ਸਕੇ। ਕੁਛ ਇੱਕ ਘਟਨਾਵਾਂ ਦਾ ਜ਼ਿਕਰ ਵੀ ਕਰੂੰਗਾ, ਪਰ ਉਸ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਵਾਗਤ ਦੇ ਨਾਲ ਨਾਲ ਫਿਰ ਅੱਜ ਦੇ ਵਿਸ਼ੇ ਵੱਲ ਪਰਤਾਂਗੇ ਕਿ ਸਾਡੀ ਦਿਮਾਗੀ ਸਿਹਤ, ਸਰੀਰਕ ਤੌਰ ਦੇ ਉੱਤੇ ਅਸੀਂ ਕਿਸ ਤਰੀਕੇ ਦੇ ਹਾਂ ਉਹ ਵੱਖਰੀ ਗੱਲ ਹੈ, ਪਰ ਮਾਨਸਿਕ ਤੌਰ ਦੇ ਉੱਤੇ ਮੈਂਟਲ ਹੈਲਥ, ਮਾਨਸਿਕ ਤੌਰ ਦੇ ਉੱਤੇ ਅਸੀਂ ਕਿੱਥੇ ਜੇ ਪਹੁੰਚ ਗਏ ਹਾਂ, ਅਸੀਂ ਕਿਹੋ ਜਿਹੇ ਹੋ ਗਏ ਹਾਂ, ਅਸੀਂ ਕਿਹੋ ਜਿਹੇ ਬਣ ਜਾਵਾਂਗੇ ਜਾਂ ਕਿਹੋ ਜਿਹਾ ਬਣਾਉਣ ਦਾ ਸਾਨੂੰ ਪ੍ਰੋਸੈਸ ਚੱਲ ਰਿਹਾ, ਇਹ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਕਰਾਂਗੇ। ਔਰ ਇਹ ਗੱਲਬਾਤ ਇਸ ਕਰਕੇ ਲਾਜ਼ਮੀ ਔਰ ਜ਼ਰੂਰੀ ਹੋ ਜਾਂਦੀ ਆ ਕਿ ਸਾਡੇ ਭਵਿੱਖ ਦਾ ਸਵਾਲ ਹੈ। ਵਰਤਮਾਨ ਤਾਂ ਸਾਡੇ ਕੋਲ ਹੈ, ਪ੍ਰੈਜ਼ੈਂਟ ਸਾਡੇ ਕੋਲ ਹੈ, ਪਰ ਸਾਡਾ ਫਿਊਚਰ ਲੰਘ ਗਏ ਦੀ ਬਾਤ ਨਹੀਂ ਪਾਵਾਂਗੇ। ਜਿਹੜਾ ਜੋ ਬੀਤ ਗਈ ਉਹ ਬਾਤ ਗਈ, ਉਹਦੀ ਗੱਲ ਨਹੀਂ ਕਰਾਂਗੇ। ਸਾਡਾ ਭਵਿੱਖ, ਸਾਡਾ ਵਰਤਮਾਨ, ਇਹ ਇਸੇ ਚੀਜ਼ ਨੇ ਤੈਅ ਕਰਨਾ ਕਿ ਸਾਡੀ ਦਿਮਾਗੀ ਸਿਹਤ, ਸਾਡੀ ਮੈਂਟਲ ਹੈਲਥ ਕਿੱਦਾਂ ਦੀ ਹੈ। ਉਸ ਤੋਂ ਬਾਅਦ ਘਟਨਾਵਾਂ ਤੇ ਆਉਂਦੇ ਆ। ਸਾਡੇ ਨਾਲ ਪ੍ਰਭ ਆਸਰਾ ਸੰਸਥਾ ਤੋਂ ਸਰਦਾਰ ਸ਼ਮਸ਼ੇਰ ਸਿੰਘ ਜੀ ਜੁੜੇ ਹੋਏ ਨੇ, ਲਗਾਤਾਰਤਾ ਦੇ ਨਾਲ ਇੱਕ ਕਾਰਜ ਕਰ ਰਹੇ ਨੇ। ਪ੍ਰੋਗਰਾਮ ਸ਼ੁਰੂ ਹੋਣ ਤੋਂ ਅੱਧਾ ਸੈਕਿੰਡ ਪਹਿਲਾਂ ਸਰ ਨੇ ਕੋਈ ਇੱਕ ਗੱਲ ਕਹੀ, ਉਹ ਮੇਰੇ ਦਿਮਾਗ ਦੇ ਵਿੱਚ ਹਾਲੇ ਵੀ ਮੈਨੂੰ ਪਰੇਸ਼ਾਨ ਕਰੇਗੀ ਉਹ ਗੱਲ, ਜੇਕਰ ਤੁਹਾਡੇ ਨਾਲ ਸਾਂਝੀ ਨਾ ਕੀਤੀ। ਬਾਈ ਜੀ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਸਮੂਹ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਤੁਸੀਂ ਨਾ ਇੱਕ ਸੈਕਿੰਡ ਪਹਿਲਾਂ ਕੋਈ ਗੱਲ ਕੀਤੀ ਸੀ, ਉਹ ਦਿਮਾਗੀ ਸਿਹਤ ਦੀ ਗੱਲ ਹੀ ਸੀ। ਸ਼ਾਇਦ ਮੈਨੂੰ ਲੱਗਦਾ ਕਿ ਦਰਸ਼ਕਾਂ ਨਾਲ ਉਹ ਸਾਂਝ ਪਾ ਲੈਣੀ ਜ਼ਰੂਰੀ ਹੈ। ਕੱਲ੍ਹ ਰਾਤ ਦਾ 11 ਵਜੇ ਦਾ ਇੱਕ ਵਾਕਿਆ ਤੁਸੀਂ ਦੱਸ ਰਹੇ ਸੀਗੇ, ਉਹ ਵੀ ਦਿਮਾਗੀ ਸਿਹਤ ਨਾਲ ਜੁੜਿਆ ਹੋਇਆ ਲੱਗਦਾ ਮੈਨੂੰ, ਕਿ ਇੱਕ ਬੱਚੀ ਦਾ ਸਾਡੇ ਸੰਸਥਾ ਦੇ ਬਾਹਰ ਛੱਡ ਜਾਣਾ ਇਸ ਠੰਡ ਦੇ ਵਿੱਚ, ਜਦੋਂ ਆਪਾਂ ਇੰਨੀ ਠੰਡ ਦੇ ਵਿੱਚ, ਕੀ ਵਾਕਿਆ ਸੀ? ਵਾਕਈ ਅੱਧਾ ਸੈਕਿੰਡ ਹੀ ਪਹਿਲਾਂ ਮੈਨੂੰ ਲੱਗਦਾ ਮੈਂ ਤੁਹਾਡੇ ਨਾਲ ਇੱਕ ਅੱਧਾ ਸੈਕਿੰਡ ਦੇ ਪਹਿਲਾਂ ਹੀ ਗੱਲ ਕਰਨ ਲੱਗਿਆ ਸੀ ਕਿ ਵਾਕਈ ਜਿਵੇਂ ਤੁਹਾਡਾ ਹਾਲਾਤ ਤੁਸੀਂ ਉੱਥੇ, ਰਾਤ ਸਾਡੀ ਵੀ ਇਸ ਤਰੀਕੇ ਨਾਲ ਹੀ, ਕੱਲ੍ਹ ਦੀ ਰਾਤ ਕੀ, ਉਸ ਤੋਂ ਪਿਛਲੀ ਰਾਤ ਕੀ, ਮਤਲਬ ਗੱਲ ਉਹੀ ਮੈਂਟਲ ਹੈਲਥ ਦੀ ਜਿਹੜੀ ਤੁਸੀਂ ਵਾਰ-ਵਾਰ ਕਰਦੇ ਆ ਵੀ ਕਿਸ ਹੱਦ ਤੱਕ ਇਨਸਾਨ ਮਰ ਚੁੱਕਿਆ ਸਾਡੇ ਅੰਦਰ ਦਾ, ਅਸੀਂ ਸੰਤੁਲਨ ਕਿਸ ਹੱਦ ਤੱਕ ਵਿਗਾੜ ਚੁੱਕੇ ਹਾਂ ਕਿ ਬੱਚੀ, ਮੈਨੂੰ ਨਹੀਂ ਪਤਾ ਵੀ ਉਹ 1 ਦਿਨ ਦੀ 2 ਦਿਨ ਦੀ ਹੈ, ਉਹ ਡਾਕਟਰ ਹੀ ਦੱਸਣਗੇ, ਹੈ ਨਾ। ਅਤੇ ਜਾਣੀ ਉਸ ਨੂੰ ਕੋਈ ਬਾਹਰ ਜਿਹੜਾ ਕਰੈਡਲ ਹੈ ਉਹਦੇ 'ਚ ਪਾ ਕੇ ਚਲੇ ਗਿਆ, ਹੈ ਨਾ। ਪਾਉਂਦੀ ਸਰ ਉਹਦੇ ਵਿੱਚ ਜਿਵੇਂ ਪ੍ਰਭ ਆਸਰਾ ਸੰਸਥਾ ਦੇ ਗੇਟ ਜਿਹੜਾ ਕਰੈਡਲ, ਉਹਦੇ ਵਿੱਚ ਇੱਕ ਮਤਲਬ ਬੈਲ ਮਤਲਬ ਲੱਗਿਆ ਹੋਇਆ, ਇੱਕ ਸੈਂਸਰ ਲੱਗੇ ਹੋਏ ਆ ਜਿਹਦੇ ਨਾਲ ਜਦੋਂ ਬੈਲ ਖੜਕ ਜਾਂਦੀ ਅੰਦਰ, ਹੈ ਨਾ। ਅਤੇ ਤੁਰੰਤ ਬਾਹਰ ਆਏ ਸੇਵਾਦਾਰ ਅਤੇ ਜਿਹਦੇ ਮੈਨੂੰ ਫੋਨ ਚਲਾ ਗਿਆ, ਅਜੇ ਮੈਂ ਗਿਆ ਹੀ ਸੀ ਉੱਪਰ, ਅਤੇ ਕਹਿੰਦੇ ਵੀ ਇਸ ਤਰ੍ਹਾਂ ਬੱਚੀ ਆਈ ਹੈ। ਅਤੇ ਫਟਾਫਟ ਮੈਂ ਸੰਬੰਧਿਤ ਜਿਹੜੇ ਮਹਿਕਮੇ ਸੀ ਉਹਨਾਂ ਨੂੰ, ਪੁਲਿਸ ਨੂੰ ਜਾਂ ਚਾਈਲਡ ਵੈਲਫੇਅਰ ਕਮੇਟੀ ਨੂੰ ਤੁਰੰਤ ਇਨਫੋਰਮ ਕੀਤਾ ਅਤੇ ਅਸੀਂ ਉਹਨੂੰ ਚੱਕ ਕੇ ਹੌਸਪੀਟਲ ਲੈ ਗਏ, ਹੈ ਨਾ। ਹੁਣ ਡਾਕਟਰ ਮਤਲਬ ਜਿਸ ਦੇ ਬਾਰੇ ਕਹਿ ਲਓ ਉਹੀ ਦੱਸ ਸਕਦੇ ਹੈ
ਕਿ ਲਾਈਕ ਬੱਚੀ ਦਾ ਠੰਡ ਦੇ ਨਾਲ ਕੀ ਕੋਈ ਇਹਦੇ ਤੇ ਕੀ ਇਹਦੀ ਹੈਲਥ ਦੇ ਉੱਤੇ ਇਫੈਕਟ ਹੋਇਆ, ਪਰ ਉਹ ਤਾਂ ਇੱਕ ਚਲੋ ਜਿਵੇਂ ਅਸੀਂ ਕਹਿੰਦੇ ਨਾ ਵੀ ਸਾਡੀ ਸਿਹਤ ਦਾ ਹੀ ਇੱਕ ਪਰਿਣਾਮ ਹੈ, ਸਾਡੀ ਸੋਚ ਦਾ ਹੀ ਇੱਕ ਪਰਿਣਾਮ ਹੈ ਜੀ। ਇਹ ਜੋ ਵੀ ਸਾਡੀਆਂ ਘਟਨਾਵਾਂ ਵਾਪਰ ਰਹੀਆਂ ਤੇ ਇਨਸਾਨ ਕਿਸ ਹੱਦ ਤੱਕ ਗਿਰ ਚੁੱਕਿਆ ਹੈ ਤੇ ਇਸ ਦਾ ਮਤਲਬ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਵੀ ਬਹੁਤ ਮੁਸ਼ਕਲ ਹੋ ਰਿਹਾ ਹੈ, ਕਿਉਂਕਿ ਜਿਹੜੀਆਂ ਸਾਡੀਆਂ ਪਰਿਸਥਿਤੀਆਂ ਜੋ ਸਾਡੇ ਸਾਹਮਣੇ ਬਣ ਰਹੀਆਂ, ਸਾਡੀ ਮਨ ਸਥਿਤੀ ਦਾ ਹੀ ਇੱਕ ਪ੍ਰਗਟਾਵਾ ਹੈ। ਜਿਹੋ ਜਿਹੀ ਸਾਡੀ ਮਨ ਦੀ ਸਥਿਤੀ ਹੈ, ਉਹ ਜਿਹੀਆਂ ਪਰਿਸਥਿਤੀਆਂ ਸਾਡੇ ਸਾਹਮਣੇ ਫਿਰ ਬਣ ਰਹੀਆਂ। ਜਿਸ ਦਿਨ ਸਾਡੀ ਮਨ ਸਥਿਤੀ ਸੁਧਰ ਗਈ ਹੈ ਤੇ ਉਸ ਦਿਨ ਸਮਝ ਲਓ ਵੀ ਹਾਲਾਤ ਬਦਲ ਸਕਦੇ ਆ, ਪਰ ਅਸੀਂ ਚੁੱਪ ਰਹਿ ਕੇ ਨਾ ਬਹੁਤ ਸਮਝਦਾਰ, ਇਹ ਗੱਲ ਨਹੀਂ ਕਿ ਸਾਨੂੰ ਇੰਨਾ ਨਹੀਂ ਪਤਾ ਕਿ ਬੰਦੇ ਜਿਹੜੇ ਸਾਹਮਣੇ ਸਾਡੇ ਇਹਨਾਂ ਦੀ ਨੀਅਤ ਕਿਦਾਂ ਦੀ ਹੈਗੀ ਹੈ, ਅਸੀਂ ਚੁੱਪ ਰਹਿ ਕੇ ਹੁਣ ਇੰਨਾ ਸਮਝਦਾਰ ਬਣ ਗਏ ਕਿ ਸ੍ਰਿਸ਼ਟੀ ਦਾ ਸੰਤੁਲਨ ਕਿਸ ਹੱਦ ਤੱਕ ਵਿਗੜ ਗਿਆ ਕਿ ਜਿਹੜੇ ਕੰਮ ਜਾਨਵਰ ਨਹੀਂ ਕਰਦੇ ਉਹ ਇਨਸਾਨ ਕਰ ਰਿਹਾ। ਇਹ ਵੱਡੀਆਂ ਵੱਡੀਆਂ ਘਟਨਾਵਾਂ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ। ਭਾਈ ਸਾਹਿਬ ਨੇ ਕਿੱਡੀ ਵੱਡੀ ਤੇ ਮਹੱਤਵਪੂਰਨ ਗੱਲ ਕਹੀ ਕਿ ਕੁਦਰਤ ਦੇ ਸਿਰਜੇ ਹੋਏ ਜੀਵ ਜਿਨ੍ਹਾਂ ਨੂੰ ਅਸੀਂ ਜਾਨਵਰ ਕਹਿ ਦਿੰਦੇ ਹਾਂ, ਜਿਹੜੇ ਕੰਮ ਉਹ ਨਹੀਂ ਕਰ ਰਹੇ, ਉਹ ਅਸੀਂ ਕੁਦਰਤ ਦੇ ਸਭ ਤੋਂ ਮਹੱਤਵਪੂਰਨ ਜੀਵ ਉਹ ਅਸੀਂ ਕਰ ਰਹੇ ਹਾਂ। ਉਸ ਬੱਚੀ ਦਾ ਪਤਾ ਨਹੀਂ ਕੀ ਤੈਅ ਹੋਣਾ ਹੈ, ਭਵਿੱਖ ਤੈਅ ਹੋਣਾ ਹੈ, ਉਹਦਾ ਵਰਤਮਾਨ ਤੈਅ ਹੋਣਾ ਹੈ, ਪਤਾ ਨਹੀਂ, ਉਹ ਵਾਹਿਗੁਰੂ ਨੂੰ ਪਤਾ ਹੈ, ਪ੍ਰਮਾਤਮਾ ਨੂੰ ਪਤਾ ਹੈ। ਪਰ ਸਰ ਇਹ ਹੋ ਕਿਉਂ ਰਿਹਾ? ਮਤਲਬ ਮੈਂ ਮੋਟੇ ਰੂਪ 'ਚ ਜਦੋਂ ਆਪਾਂ ਗੱਲ ਕਰਦੇ ਹਾਂ ਮੈਂਟਲ ਦਿਮਾਗੀ ਸੰਤੁਲਨ ਦੀ, ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਵਾਪਰ ਕਿਉਂ ਰਿਹਾ? ਇਹਦੇ ਪਿੱਛੇ ਕਾਰਨ ਤਾਂ ਖੈਰ ਬਹੁਤ ਸਾਰੇ ਹੋਣਗੇ। ਮੋਟੇ ਰੂਪ ਦੇ ਵਿੱਚ ਅਸੀਂ ਆਪਣੀਆਂ ਜੜ੍ਹਾਂ ਤੋਂ ਕਿਵੇਂ ਟੁੱਟ ਰਹੇ ਹਾਂ, ਕਿਉਂ ਟੁੱਟ ਰਹੇ ਹਾਂ? ਦੇਖੋ, ਸਾਡੀ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਨੇ ਕਿ ਨਿਯਮ 'ਚ ਬੰਨੀ ਹੋਈ ਹੈ। ਉਹ ਸੰਵਿਧਾਨ ਜਿਹੜਾ ਨਾ, ਉਹ ਸੰਵਿਧਾਨ ਦਾ ਸਾਡੇ ਕੋਲ ਸੋਚਣ ਦਾ ਵੀ ਸਮਾਂ ਨਹੀਂ। ਐਸੇ ਵਹਿਣ 'ਚ ਬਹਿ ਗਏ ਅਸੀਂ ਨਾ ਕਿ ਅਸੀਂ ਖੜ ਕੇ ਵੀ ਨਹੀਂ ਸੋਚਦੇ ਕਿ ਅਸੀਂ ਪਹੁੰਚਣਾ ਕਿੱਥੇ, ਜਾਣਾ ਕਿੱਥੇ। ਤੇ ਜਦੋਂ ਦੁਨੀਆ ਦਾ ਮਾਲਕ ਹੈ ਨਾ, ਇਹ ਸਰੀਰ ਜਿਹੜੀ ਹੈ ਜਿਹਨੂੰ ਅੱਜ ਵੀ ਸਾਇੰਸ ਖੋਜ ਰਹੀ ਹੈ, ਸਾਇੰਸ ਨੇ ਬਹੁਤ ਕੁਝ ਦਿੱਤਾ ਅਸੀਂ ਦੁਨੀਆ ਦੇ ਵਿੱਚ। ਜਿਵੇਂ ਤੁਸੀਂ ਕਹਿੰਦੇ ਇੱਕ ਪਿੰਡ ਕਿਹਾ, ਇੱਕ ਕਮਰਾ ਕਿਹਾ, ਇੱਕ ਟੇਬਲ ਚੇਅਰ ਹੀ ਬਣ ਗਿਆ ਹੈਗਾ ਸੰਸਾਰ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਦੁਨੀਆ ਦੇ ਵਿੱਚ। ਤੇ ਦੁਨੀਆ ਨੂੰ ਬਣਾਉਣ ਵਾਲੇ ਨੇ ਜਿੱਥੇ ਬਹੁਤ ਕੁਝ ਬਣਾਇਆ, ਉੱਥੇ ਇੱਕ ਇਨਸਾਨ ਵੀ ਬਣਾਇਆ। ਪਰ ਦੁਨੀਆ ਨੇ ਬਣਾਉਣ ਵਾਲੇ ਨੂੰ ਨਾ, ਇਸ ਦੁਨੀਆ ਨੂੰ ਬਣਾਉਣ ਤੋਂ ਪਹਿਲਾਂ ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨੋ। ਜਦੋਂ ਉਸਨੇ ਇਸ ਦੁਨੀਆ ਨੂੰ, ਕਿਉਂਕਿ ਕਲਪਨਾ ਜਿਹੜੀ ਹੈ ਮਨੁੱਖ ਦੀ ਨਹੀਂ ਹੈਗੀ, ਇਹ ਹਾਰਟ ਸਾਡੇ, ਹੁਣ ਹਾਰਟ ਜੇ ਪੰਪ ਕਰ ਰਿਹਾ ਰਾਤ ਨੂੰ, ਅਸੀਂ ਸੁੱਤੇ ਪਏ ਹਾਂ, ਕੋਈ ਸਾਡੀ ਕਮਾਂਡ ਨਹੀਂ ਫੋਲੋ ਕਰ ਰਿਹਾ ਹੈ। ਇਹ ਕਮਾਂਡ ਕਿਹਦੀ ਫੋਲੋ ਕਰ ਰਿਹਾ? ਕਿਸੇ ਸਾਇੰਟਿਸਟ ਦੀ ਵੀ ਨਹੀਂ ਕਰ ਰਿਹਾ। ਬੜਾ ਸਤਿਕਾਰ ਕਰਦੇ ਹਾਂ ਅਸੀਂ, ਇਹ ਕਿਸੇ ਪ੍ਰਾਈਮ ਮਿਨਿਸਟਰ ਦੀ ਵੀ ਨਹੀਂ ਕਰਦਾ। ਠੀਕ ਹੈ, ਇਸ ਕਰਕੇ ਇਸ ਦੇ ਉੱਤੇ, ਸਰੀਰਾਂ ਦੇ ਉੱਤੇ ਤਾਂ ਰਾਜ, ਸਰੀਰਾਂ ਦੇ ਉੱਤੇ ਤਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਪਰ ਜਿਹੜਾ ਸਰੀਰ ਦੇ ਅੰਦਰ ਜੋ ਸਿਸਟਮ ਚੱਲ ਰਿਹਾ, ਜਿਹਦੇ ਵਿੱਚ ਸਰੀਰ ਬਣਿਆ ਤੇ ਸਾਡੀ ਇੱਕ ਮੈਂਟਲ ਹੈਲਥ ਜਿਹੜੀ ਹੈਗੀ ਹੈ ਜਿਹਦੇ ਵਿੱਚ ਬਣਦੀ ਹੈ ਤੇ ਵਰਕ ਕਰਦੀ ਹੈ, ਇਹਦੇ ਉੱਤੇ ਇੱਕ ਸੰਵਿਧਾਨ ਲਾਗੂ ਹੁੰਦਾ ਪ੍ਰਕਿਰਤੀ ਦਾ। ਪ੍ਰਾਕਿਰਤਿਕ ਨਿਯਮ 'ਚ ਹਰ ਚੀਜ਼ ਬੰਨੀ ਹੋਈ ਹੈ। ਸੂਰਜ ਸਾਡੇ ਕਹਿਣ ਨਾਲ ਨਹੀਂ ਆਉਂਦਾ ਜੀ। ਜੇ ਅਸੀਂ ਕੀ ਹੈ ਨਾ ਵੀ ਮਤਲਬ ਸਾਡੇ ਲਈ ਸੂਰਜ ਵੱਖਰਾ ਹੋਵੇ ਤੇ ਸਾਡੀ ਹਵਾ ਵੱਖਰੀ ਹੋਵੇ, ਸਾਡਾ ਇਹ ਹੋਵੇ, ਤੇ ਅਸੀਂ ਕੋਈ 5 ਤੱਤ ਤੋਂ ਲੈ ਕੇ ਕੋਈ 6 ਤੱਤ ਨਹੀਂ ਬਣਾ ਸਕਦੇ, ਪਰ ਸਾਡੇ ਕੋਲ ਸੋਚਣ ਦਾ ਸਮਾਂ ਨਹੀਂ ਹੈ ਵੀ ਅਸੀਂ ਹੈ ਕੀ ਚੀਜ਼ ਹੈ। ਦੁਨੀਆ ਨੂੰ ਬਣਾਉਣ ਵਾਲੇ ਨੇ ਸਭ ਤੋਂ ਪਹਿਲਾਂ ਦੁਨੀਆ ਦਾ ਸੰਵਿਧਾਨ ਬਣਾਇਆ, ਦੁਨੀਆ ਦੇ ਇਸ ਸ੍ਰਿਸ਼ਟੀ ਦੇ ਨਿਯਮ ਬਣਾਏ, ਉਹਨੂੰ ਐਗਜ਼ੀਕਿਊਟ ਕਰਨ ਵਾਸਤੇ, ਹੈ ਨਾ, ਕਹਿੰਦੇ ਕੁਦਰਤੀ ਹੋ ਗਿਆ, ਕੁਦਰਤੀ ਨਹੀਂ ਹੋਇਆ। ਮੈਨੂੰ ਬੜੀ ਸੋਹਣੀ ਗੱਲ, ਦੇਖੋ ਸੌਰੀ ਮੈਂ ਤੁਹਾਨੂੰ ਲੱਗ ਸਕਦਾ ਕਿ ਮੈਂ ਸ਼ਾਇਦ ਟੋਕ ਰਿਹਾ, ਕਿੰਨੀ ਖੂਬਸੂਰਤ ਗੱਲ ਤੁਸੀਂ ਕੀਤੀ ਕਿ ਦੁਨੀਆ ਜਿਸਨੇ ਸਾਜੀ, ਸ੍ਰਿਸ਼ਟੀ ਜਿਸਨੇ ਸਾਜੀ, ਉਸਨੇ ਪਹਿਲਾਂ ਸ੍ਰਿਸ਼ਟੀ ਦਾ ਸੰਵਿਧਾਨ ਬਣਾਇਆ, ਯਾਨੀ ਕਿ ਉਸ ਦੇ ਨਿਯਮ, ਕਾਇਦੇ, ਕਾਨੂੰਨ ਬਣਾਏ, ਔਰ ਸਾਡਾ ਜਿਹੜਾ ਮਜ਼ਮੂਨ ਰਹਿੰਦਾ ਉਹ ਵੀ ਇਹੀ ਹੈ, ਸਮਾਜ ਸੇਵਾ ਤੇ ਸੰਵਿਧਾਨ। ਜੀ ਮੈਂ ਤੁਹਾਨੂੰ ਟੋਕੂੰਗਾ ਨਹੀਂ, ਪਰ ਮੈਨੂੰ ਇਹ ਗੱਲ ਬੜੀ ਕਮਾਲ ਲੱਗੀ ਕਿ ਕੁਦਰਤ ਨੇ ਸ੍ਰਿਸ਼ਟੀ ਸਾਜੀ ਤੇ ਪਹਿਲਾਂ ਪਰ ਉਹਨੇ ਨਿਯਮ ਤੈਅ ਕਰਤੇ, ਉਹਨੇ ਉਹਦਾ ਸੰਵਿਧਾਨ ਬਣਾਤਾ। ਜੀ ਉਹਨੇ ਬਿਲਕੁਲ ਉਹਨਾਂ ਨੇ ਦੱਸ ਦਿੱਤਾ ਕਿ ਜੇ ਸਵਾਰਥ ਹੈ ਨਾ, ਜਿਹੜਾ ਲੋਭੀ ਇਨਸਾਨ ਹੈ ਨਾ, ਮਨ ਕਾ ਸੂਤਕ ਲੋਭ ਹੈ, ਮਨ ਕਾ ਸੂਤਕ ਲੋਭ ਹੈ। ਹੁਣ ਕਰਪਸ਼ਨ ਕਿੱਥੋਂ ਸ਼ੁਰੂ ਹੋਣੀ ਹੈ? ਲੋਭ ਤੋਂ। ਲੋਭ ਕਿਹਨੂੰ ਕਹਿੰਦੇ ਆ? ਕਹਿੰਦੇ ਇਹ ਵੀ ਦੇ ਦੇ, ਉਹ ਵੀ ਦੇ ਦੇ, ਹੋਰ ਦੇ ਦੇ, ਹੋਰ ਦੇ ਦੇ, ਮਤਲਬ ਹਰ ਵੇਲੇ ਮੰਗੀ ਜਾਂਦਾ, ਆ ਵੀ ਚਾਹੀਦਾ, ਉਹ ਵੀ ਚਾਹੀਦਾ ਜੀ। ਉਹ ਮਤਲਬ ਲੋਭੀ ਇਨਸਾਨ ਜਿਹੜਾ ਹੈ ਨਾ, ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ, ਜਿਵੇਂ ਕਹਿੰਦਾ ਨਾ ਵੀ ਬੰਦਾ ਮਿੱਠਾ ਜਿਹੜਾ ਹੈਗਾ ਉਹ ਸਵਾਦ ਦੇ ਵਿੱਚ ਖਾਈ ਜਾਂਦਾ, ਪਰ ਬਾਅਦ ਦੇ ਵਿੱਚ ਉਹਦਾ ਹਾਲ ਕੀ ਹੁੰਦਾ, ਕੌੜਾ ਕਿਸ ਤਰੀਕੇ ਨਾਲ ਸਵਾਦ ਜਿਹੜਾ ਉਹਦਾ ਫਿਰ ਬਾਅਦ ਦੇ ਵਿੱਚ ਅਹਿਸਾਸ ਹੁੰਦਾ ਹੈ ਨਾ, ਵੀ ਮਿੱਠਾ ਕਰਕੇ ਖਾ ਲਿਆ, ਫਿਰ ਉਹਦਾ ਜਿਹੜਾ ਰਿਜ਼ਲਟ ਹੈ, ਕੌਨਸੀਕੁਐਂਸ ਹੈ। ਐਸੇ ਤਰੀਕੇ ਨਾਲ ਸਾਡੇ ਸਮਾਜ ਦੀ ਜੋ ਹਾਲਾਤ ਬਣੇ ਹੋਏ ਆ ਅੱਜ, ਅਸੀਂ ਵੀ ਅਸੀਂ ਕਦੇ ਮਤਲਬ ਇਨਸਾਨ ਬਣਾਇਆ ਨਾ ਕੁਦਰਤ ਨੇ, ਕੁਦਰਤ ਕੇ ਸਭ ਬੰਦੇ, ਇਨਸਾਨ ਬਣਾਇਆ, ਪਰ ਅਸੀਂ ਇਨਸਾਨੀਅਤ ਦੇ ਆਧਾਰ ਤੇ ਜੇ ਨਹੀਂ ਸੋਚਾਂਗੇ ਤੇ ਨਹੀਂ ਡਿਸੀਜਨ ਲਵਾਂਗੇ
ਤੇ ਜਿਹੜੀ ਅੱਗ ਅੱਜ ਨਾ ਸਾਨੂੰ ਸਾਹਮਣੇ ਦਿਖਦੀ ਹੈ ਵੀ ਉਹ ਦੇਸ਼ ਦੇ ਵਿੱਚ ਹੈ ਜਾਂ ਉਹ ਸਟੇਟ ਦੇ ਵਿੱਚ ਹੈ ਜਾਂ ਉਸ ਘਰ ਦੇ ਵਿੱਚ ਹੈ, ਉਹਨੇ ਸਾਡਾ ਘਰ ਵੀ ਛੱਡਣਾ ਨਹੀਂ ਹੈਗਾ। ਹੁਣ ਤਾਂ ਅਸੀਂ ਦੇਖ ਰਹੇ ਹਾਂ ਨਾ ਵੀ ਉਹਦੇ ਨਾਲ ਹੋ ਗਿਆ ਮੈਨੂੰ ਕੀ ਹੈ ਜੀ ਬਿਲਕੁਲ। ਪਰ ਜਦੋਂ ਅੱਗ ਲੱਗਦੀ ਹੈ ਨਾ ਉਹਦੇ ਨਾਲ ਫਿਰ ਸੇਕ ਸਾਰਿਆਂ ਨੂੰ ਇਹ ਲੱਗਦਾ ਹੈ। ਇਸ ਕਰਕੇ ਸਾਨੂੰ ਅੱਜ ਇਨਸਾਨ ਜਿਹੜਾ ਨਾ ਆਪਣੇ ਅੰਦਰਲਾ ਇਨਸਾਨ ਜਿਹੜਾ ਕਿ ਅਸੀਂ ਸਵਾਰਥ ਕਰਕੇ ਇੰਨਾ ਕਮਜ਼ੋਰ ਕਰ ਲਿਆ। ਮਤਲਬ ਹੁਣ ਤੁਸੀਂ ਜਿਵੇਂ ਸਮਾਜ ਦੀ ਇੱਕ ਜੋ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਵੀ ਜਿਵੇਂ ਨਾ ਫੁੱਲ ਕੰਡਿਆਂ ਦੇ ਵਿੱਚ ਖੁਸ਼ਬੂ ਫੈਲਾਉਂਦਾ ਹੈ ਜੀ ਬਿਲਕੁਲ। ਤੇ ਤੁਸੀਂ ਵੀ ਇੱਕ ਜਿਹੜਾ ਪ੍ਰੋਗਰਾਮ ਰੱਖ ਲੈਂਦੇ ਆ ਨਾ ਇੱਕ ਇਸ ਸਮਾਜ ਦੇ ਵਿੱਚ ਹੈ ਨਾ ਇੱਕ ਚੇਤਨਤਾ ਔਰ ਚੇਤਾ। ਹੁਣ ਚੇਤਨਤਾ ਜਿਹੜੀ ਸੀ ਨਾ ਉਹਦੇ ਕਿਸ ਤਰ੍ਹਾਂ ਜਿਵੇਂ ਇੱਕ ਆਪਾਂ ਅੱਗ ਨਾਲ ਰੋਟੀ ਬਣਾ ਕੇ ਚਾਹ ਪਾਣੀ ਬਣਾ ਕੇ ਛਕਦੇ ਆ ਤੇ ਜੋ ਕੁਝ ਵੀ ਹੈ ਨਾ ਜੀ ਇਹਦੇ ਨਾਲ ਸਟਰਲਾਈਜੇਸ਼ਨ ਜਿਹੜੀ ਹੁੰਦੀ ਹੈ ਨਾ ਜੈਸੇ ਬੈਸੰਤਰ ਧਾਤ ਸ਼ੁੱਧ ਹੋਏ ਉਹਦੇ ਨਾਲ ਸਟਰਲਾਈਜੇਸ਼ਨ ਅੱਗ ਨਾਲ ਅਸੀਂ ਸਟਰਲਾਈਜ਼ ਕਰ ਲੈਂਦੇ। ਠੀਕ ਹੈ, ਅੱਗ ਇੱਕ ਐਸੀ ਨਿਊਟਰਲ ਅਸੀਂ ਸੈਟੇਲਾਈਟ ਨੂੰ ਸਪੇਸ ਵਿੱਚ ਭੇਜ ਦਿੰਦੇ ਆ ਤੇ ਸਾਨੂੰ ਕਿੰਨੀ ਇਨਫੋਰਮੇਸ਼ਨ ਦਿੰਦੀ ਹੈ। ਕਹਿੰਦੇ ਕੱਲ ਨੂੰ ਬਾਰਿਸ਼ ਪੈਣੀ ਹੈ। ਮੈਂ ਨਾ ਇੱਥੇ ਇਹ ਨਾ ਇਸ ਗੱਲ ਦੇ ਉੱਤੇ ਹੀ ਮੈਂ ਭਾਈ ਸਾਹਿਬ ਨੂੰ ਇਸ ਗੱਲ ਦੇ ਅੱਗੇ ਲੈ ਕੇ ਜਾਣ ਵਾਸਤੇ ਥੋੜਾ ਜਿਹਾ ਸਟੇ ਕਰਾਉਣਾ ਹੈ, ਕਿਉਂਕਿ ਇਹ ਬੜੀ ਮਹੱਤਵਪੂਰਨ ਗੱਲਬਾਤ ਹੈ ਔਰ ਇਹ ਬੜੀ ਮਹੱਤਵਪੂਰਨ ਇਸ ਕਰਕੇ ਹੋ ਜਾਂਦੀ ਹੈ ਕਿ ਜੇਕਰ ਅਸੀਂ ਗਲੋਬਲ ਕਮਰੇ ਦੀ ਗੱਲ ਕੀਤੀ ਹੈ, ਗਲੋਬਲ ਪਿੰਡ ਦੀ ਗੱਲ ਕੀਤੀ ਹੈ, ਇਸ ਗੱਲ ਦਾ ਸਾਡੇ ਸਾਰਿਆਂ ਦੀ ਸਾਂਝ ਨਾਲ ਬੜਾ ਜ਼ਰੂਰੀ ਰਿਸ਼ਤਾ ਬਣੂਗਾ। ਪਰ ਅਸੀਂ ਮਿਲਾਂਗੇ ਇੱਕ ਬ੍ਰੇਕ ਦੇ ਅਗਲੇਰੇ ਪਾਰ। ਇਹ ਇਸ ਕਰਕੇ ਮਹੱਤਵਪੂਰਨ ਗੱਲਬਾਤ ਹੈ ਕਿ ਸਾਡਾ ਸਾਰਿਆਂ ਦਾ ਜੁੜੇ ਰਹਿਣਾ ਜ਼ਰੂਰੀ ਆ। ਚੇਤਨ ਔਰ ਚੇਤਾ ਇਹ ਦੋਵੇਂ ਚੀਜ਼ਾਂ ਸਾਡੇ ਲਈ ਬਹੁਤ ਮਹੱਤਵਪੂਰਨ ਨੇ। ਮਿਲਦੇ ਹਾਂ ਬ੍ਰੇਕ ਦੇ ਅਗਲੇਰੇ ਪਾਰ। ਸਮਾਜ ਸੇਵਾ ਤੇ ਸੰਵਿਧਾਨ ਇਸ ਵਿਸ਼ੇ ਦੇ ਉੱਤੇ ਗੱਲ ਕਰਦੇ ਹੋਏ ਸਾਰੀਆਂ ਗੱਲਾਂ ਇੰਨੀਆਂ ਕੁ ਮਹੱਤਵਪੂਰਨ ਹੋ ਜਾਂਦੀਆਂ ਨੇ ਕਿ ਜਦੋਂ ਅਸੀਂ ਇੱਕ ਵਕਫੇ ਦੇ ਵਿੱਚ ਵੀ ਸੀਗੇ ਤਾਂ ਵਕਫੇ ਦੇ ਦੌਰਾਨ ਵੀ ਸਾਡੇ ਜਿਹੜੇ ਇਸ ਵਕਤ ਦੇ ਮਹਿਮਾਨ ਬੈਠੇ ਨੇ, ਮੈਂ ਮਹਿਮਾਨ ਨਹੀਂ ਕਹਾਂਗਾ, ਸਾਡੇ ਪਰਿਵਾਰਕ ਮੈਂਬਰ ਜਿਹੜੇ ਬੈਠੇ ਆ, ਉਹਨਾਂ ਨੇ ਬੜੀ ਖੂਬਸੂਰਤ ਗੱਲ ਕੀਤੀ ਕਿ ਗੱਲ ਕਰਦੇ ਕਰਦੇ ਉਸ ਗੱਲ ਦੀ ਡੂੰਘਾਈ ਵੱਲ ਜਾਣ ਦਾ ਯਤਨ ਕਰਨਾ। ਅਸੀਂ ਛੱਤ ਨੂੰ ਹੱਥ ਲਾਉਣ ਦਾ ਯਤਨ ਕਰਦੇ ਹੁੰਦੇ ਹਾਂ ਪਰ ਅਸੀਂ ਕਦੇ ਨੀਂਹ ਨੂੰ ਨਹੀਂ ਫੜਦੇ। ਸਭ ਤੋਂ ਮਹੱਤਵਪੂਰਨ ਮੇਰੇ ਖਿਆਲ 'ਚ ਨੀਂਹ ਹੁੰਦੀ ਆ ਔਰ ਨੀਂਹ ਤੋਂ ਮਹੱਤਵਪੂਰਨ ਉਹ ਮਿੱਟੀ ਹੁੰਦੀ ਆ ਜਿਹੜੀ ਮਿੱਟੀ ਨੂੰ ਪੱਟ ਕੇ ਨੀਂਹ ਬਣਾਈ ਜਾਂਦੀ ਹੈ। ਮਤਲਬ ਗੱਲ ਦਾ ਕੁਰੇਦਿਆ ਜਾਣਾ ਜ਼ਿਆਦਾ ਮਹੱਤਵਪੂਰਨ ਹੈ। ਆਓ ਤਾਂ ਫਿਰ ਦੁਬਾਰਾ ਜੁੜਦੇ ਹਾਂ ਸਮਾਜ ਸੇਵਾ ਸੰਵਿਧਾਨ ਇਸ ਸਾਰੇ ਵਿਸ਼ੇ ਦੇ ਨਾਲ। ਭਾਈ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਆਏ ਹੋਏ ਨੇ। ਬਹੁਤ ਸਵਾਗਤ ਹੈ ਦੁਬਾਰਾ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਆਪਾਂ ਉਸੇ ਵਿਸ਼ੇ ਦੇ ਉੱਤੇ ਸੀ ਕਿ ਦਿਮਾਗੀ ਸਿਹਤ ਸਾਡੀ ਵਿਗੜ ਰਹੀ ਹੈ। ਮੇਰੇ ਮਨ ਦੇ ਵਿੱਚ ਨਾ ਇੱਕੋ ਵਲਵਲਾ ਹੁੰਦਾ ਸੀਗਾ। ਆਪਾਂ ਪਹਿਲਾਂ ਚੇਤਨਤਾ ਔਰ ਚੇਤੇ ਦੀ ਗੱਲ ਕਰਦੇ ਸੀ ਕਿ ਕੁਦਰਤ ਨੇ ਪਹਿਲਾਂ ਆਪਣਾ ਸੰਵਿਧਾਨ ਸਿਰਜਿਆ ਪਰ ਅਸੀਂ ਭੁੱਲ ਗਏ ਮਨੁੱਖ ਹੋ ਕੇ। ਜਾਨਵਰ ਨਹੀਂ ਭੁੱਲੇ, ਇਹ ਵੀ ਗੱਲ ਕਹਿ ਰਹੇ ਸੀ ਆਪਾਂ। ਜਾਨਵਰ ਤਾਂ ਬਿਲਕੁਲ ਨਹੀਂ ਭੁੱਲੇ ਜੀ। ਮੈਨੂੰ ਤਾਂ ਬਹੁਤ ਬੁਰਾ ਲੱਗਿਆ ਕਿ ਸ਼ਾਇਦ ਹੈ ਨਾ ਥੋੜ੍ਹੇ ਦਿਨ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਇੱਕ ਗੱਲ ਹੋਈ ਸੀ ਕਿ ਬੰਦੇ ਨੂੰ ਉਵੇਂ ਮਾਰ ਕੇ ਟੰਗਤਾ ਜਿਵੇਂ ਕਾਂ ਮਾਰਿਆ ਜਾਂਦਾ। ਕਹਿੰਦੇ ਕਾਂ ਕੇ ਰੌਲਾ ਪਾਉਂਦੇ। ਉਹ ਘੱਟੋ ਘੱਟ ਮਤਲਬ ਉਹ ਪੰਛੀ ਇਹ ਗੱਲ ਤਾਂ ਯਾਦ ਰੱਖਦੇ ਕਿ ਸਾਡਾ ਇੱਕ ਬੰਦਾ ਗਿਆ, ਮਤਲਬ ਉਹਨਾਂ ਦਾ ਇੱਕ ਸਾਥੀ ਗਿਆ। ਅਸੀਂ ਤਾਂ ਉਹ ਭੁੱਲ ਗਏ ਕਿ ਬੱਚੀ ਆਈ ਸੀਗੀ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ, ਬੱਚੀ ਜਾਂ ਬੱਚਾ ਜੋ ਵੀ ਹੈ ਨਾ ਉਹ ਹੈ। ਰੰਗ ਜ਼ਾਤ ਧਰਮ ਇਹ ਨਸਲੀ ਜਿਹੜੇ ਵਿਤਕਰੇ ਹੋ ਰਹੇ ਆ ਇਹ ਵੀ ਸਾਡੀ ਮਨੁੱਖੀ ਸਿਹਤ ਨਾਲ ਜੁੜੇ ਹੋਏ ਆ, ਦਿਮਾਗੀ ਸਿਹਤ ਨਾਲ ਜੁੜੇ ਹੋਏ ਆ। ਇਹਦੇ ਆਧਾਰ ਦੇ ਉੱਤੇ ਕੀ ਕੁਝ ਵਾਪਰ ਰਿਹਾ ਕਿਉਂਕਿ ਘਟਨਾਵਾਂ ਸਰ ਬਹੁਤ ਵਾਪਰ ਰਹੀਆਂ ਨੇ। ਖਾਸ ਤੌਰ ਦੇ ਉੱਤੇ ਜੇ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ, ਭਾਈ ਸਾਹਿਬ ਤੁਸੀਂ ਤਾਂ ਬਹੁਤ ਵਾਰੀ ਵਿਜ਼ਿਟ ਕੀਤਾ ਹੈ, ਦੁਨੀਆ ਦਾ ਸਭ ਤੋਂ ਵੱਡਾ, ਸਭ ਤੋਂ ਅਮੀਰ ਔਰ ਸਭ ਤੋਂ ਤੇਜ਼ ਮੁਲਕ। ਉੱਥੇ ਦੇ ਸਕੂਲਾਂ, ਉੱਥੇ ਦੇ ਗਿਰਜਾ ਘਰਾਂ, ਉੱਥੇ ਦੇ ਗੁਰੂ ਘਰਾਂ ਦੇ ਬਾਹਰ ਘਟਨਾਵਾਂ ਵਾਪਰਦੀਆਂ। ਲੋਕ ਗੋਲੀਆਂ ਚਲਾ ਦਿੰਦੇ ਆ, ਬੰਦੂਕ ਲੈ ਕੇ। 2 ਦਿਨ ਪਹਿਲਾਂ ਦੀ ਗੱਲ ਹੈ, 1 ਦਿਨ ਪਹਿਲਾਂ ਦੀ ਗੱਲ ਹੈ ਕਿ ਇੱਕ ਸਕੂਲ ਦੇ ਬਾਹਰ ਵੀ ਕਿਸੇ ਨੇ ਗੋਲੀਬਾਰੀ ਕੀਤੀ, 2 ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਕਿੱਥੋਂ ਪਨਪ ਰਹੀਆਂ ਨੇ ਚੀਜ਼ਾਂ? ਪਹਿਲਾਂ ਤੁਸੀਂ ਗੱਲ ਕਰਦੇ ਸੀ ਜਿਹੜਾ ਚੇਤਨਤਾ ਹੈ ਨਾ, ਜਿੱਥੋਂ ਗੱਲ ਚੇਤੇ ਦੀ ਚੱਲਦੀ ਹੈ, ਚੇਤੇ ਦੇ ਵਿੱਚੋਂ ਫਿਰ ਕਿੱਦਾਂ ਜਿਹੜੇ ਸਾਡੇ ਉੱਥੇ ਜਿਹੜੇ ਇਮੋਸ਼ਨਸ, ਐਟੀਟਿਊਡ, ਸਾਡੀ ਸੋਚ, ਸਾਡੀ ਐਕਸ਼ਨ ਤੇ ਉਹਦੇ ਕੌਨਸੀਕੁਐਂਸ ਜੋ ਅਸੀਂ ਭੁਗਤ ਰਹੇ ਹਾਂ ਅੱਜ। ਇਹ ਲਾਈਕ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਵੀ ਅੱਗ ਨਾਲ ਆਪਾਂ ਖਾਣਾ ਬਣਾਉਂਦੇ ਆ, ਪ੍ਰਸ਼ਾਦਾ ਬਣਾਉਂਦੇ ਆ, ਅੱਗ ਦੇ ਨਾਲ ਅਸੀਂ ਗੱਡੀਆਂ ਚਲਾਉਂਦੇ ਆ, ਅੱਗ ਦੇ ਨਾਲ ਅਸੀਂ ਸੈਟੇਲਾਈਟ ਨੂੰ ਸਪੇਸ ਵਿੱਚ ਭੇਜ ਦਿੰਦੇ ਆ ਜਿਹੜੇ ਸਾਨੂੰ ਇਨਫੋਰਮੇਸ਼ਨ ਦਿੰਦਾ, ਜਿਹਦੀ ਗੱਲ ਕਰਦੇ ਸੀ ਵੀ ਸ਼ਾਇਦ ਮੌਸਮ ਸਵੇਰੇ ਇਹ ਐਸਾ ਹੋਏਗਾ ਹੈ ਨਾ। ਇਹ ਪ੍ਰਾਕਿਰਤਿਕ ਨਿਯਮ ਨੂੰ ਬਦਲ ਨਹੀਂ ਰਹੇ, ਅਸੀਂ ਸਟੱਡੀ ਕਰਨ ਦੀ ਕੋਸ਼ਿਸ਼ ਕਰਦੇ ਨਾ ਕਿ ਬਦਲ ਰਹੇ ਹਾਂ ਉਹਨੂੰ। ਅਸੀਂ ਇਹ ਕਹਿ ਰਹੇ ਹਾਂ ਕਿ ਪਊਗੇ, ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਪਵਾਉਂਗੇ।
ਬਿਲਕੁਲ। ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਰੋਕੂਗੇ ਵੀ ਬਾਰਿਸ਼ ਨਾ ਪਵੇ। ਅਸੀਂ ਸਿਰਫ ਜੋ ਪ੍ਰਕਿਰਤੀ ਨਿਯਮ ਹੈ ਕੁਦਰਤ ਦੇ ਵਿੱਚ ਜੋ ਇਸ ਸ੍ਰਿਸ਼ਟੀ 'ਚ ਵਾਪਰੇਗਾ ਉਹਦਾ ਕੁਝ % ਥੋੜਾ ਜਿਹਾ ਅੰਦਾਜ਼ਾ ਲਾ ਸਕਦੇ ਹਾਂ। ਜਿਵੇਂ ਅਸੀਂ ਕਹਿ ਲਓ ਵੀ ਅੱਖ ਕੱਢ ਕੇ ਪਾ ਸਕਦੇ ਹਾਂ, ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਲਾਈਕ ਜਿਹੜੀ ਅੱਖ ਹੈਗੀ ਹੈ ਨਾ, ਅਸੀਂ ਗੋਰੇ ਕਾਲੇ ਜਿਹੜੇ ਤੁਸੀਂ ਗੱਲ ਕਰਦੇ ਸੀ ਨਾ ਵੀ ਅੱਖ ਦੀ ਲੋੜ ਹੋਵੇ, ਠੀਕ ਹੈ, ਉਸ ਵੇਲੇ ਸਾਡੇ ਸਾਹਮਣੇ ਇਹ ਨਹੀਂ ਹੁੰਦਾ ਵੀ ਕਾਲੇ ਦੀ ਪਾਉਣੀ ਕਿ ਗੋਰੇ ਦੀ ਪਾਉਣੀ, ਕਿਹਦੀ ਪਾਉਣੀ ਹੈ। ਉਹ ਕਾਲਾ ਜਿਹਨੂੰ ਅਸੀਂ ਜਾਂ ਗੋਰਾ ਜਿਹਨੂੰ ਅਸੀਂ ਬਰਾਊਨ ਕਹਿੰਦੇ ਹਾਂ, ਜਿਹੜਾ ਸਾਡੀ ਬਿਮਾਰ ਸੋਚ ਦਾ ਨਤੀਜਾ, ਮੈਂਟਲ ਹੈਲਥ ਜਿਹੜੀ ਹੈ ਜਿਹੜੀ ਡਿਸਟਰਬ ਹੋ ਗਈ, ਉਸ ਦਾ ਰਿਜ਼ਲਟ ਹੈ ਸਾਰਾ ਕੁਝ। ਜਾਤਾਂ ਗੋਤਾਂ, ਦੇਸ਼ਾਂ ਪ੍ਰਾਂਤਾਂ, ਕੌਮਾਂ, ਮਜ਼ਹਬਾਂ ਦੇ ਰੌਲੇ। ਆਪਾਂ ਤਾਂ ਗੱਲ ਇਨਸਾਨਾਂ ਦੀ ਕਰਦੇ ਹਾਂ, ਗੱਲ ਤਾਂ ਇਨਸਾਨੀਅਤ ਦੀ ਕਰਦੇ ਹਾਂ ਵੀ ਕਿੱਥੇ ਗਈ ਇਨਸਾਨ ਦੇ ਅੰਦਰਲੀ ਇਨਸਾਨੀਅਤ, ਜਿਹੜਾ ਕਿ ਹੋਰ ਕੁਝ ਬਣਾਇਆ ਕਿ ਬਹੁਤ ਹੀ ਚੇਤਨ ਇਨਸਾਨ ਬਣਾਇਆ, ਜਿਹਨੇ ਬਹੁਤ ਦੇਰ 'ਚ ਕੰਮ ਜਿਹੜੇ ਹੁੰਦੇ ਸੀ ਬੜੇ ਜਲਦੀ ਈਜ਼ੀ ਕਰ ਦਿੱਤੇ। ਗੱਲ ਆਪਾਂ ਫਿਰ ਕਰਦੇ ਸੀ ਵੀ ਉਹ ਚੇਤਨਤਾ ਦਾ ਰਿਜ਼ਲਟ ਕੀ ਨਿਕਲ ਰਿਹਾ ਹੁਣ, ਵੀ ਜਿਹੜਾ ਸੰਤੁਲਨ ਸ੍ਰਿਸ਼ਟੀ ਦਾ ਵਿਗਾੜਿਆ। ਜਿਵੇਂ ਗੱਲ ਬੱਚੇ ਦੀ ਕਰਦੇ ਸੀ ਵੀ ਜਾਨਵਰ ਤਾਂ ਬੱਚੇ ਨੂੰ ਜਿਹਨੂੰ ਅਸੀਂ ਜਾਨਵਰ ਕਹਿੰਦੇ, ਸਾਨੂੰ ਜੇ ਜਾਨਵਰ ਕਹਿੰਦੇ ਇਦਾਂ ਲੱਗਦਾ ਵੀ ਜਾਨਵਰ ਦੀ ਬਹੁਤ ਇਨਸਲਟ ਕਰਤੀ, ਉਹ ਤਾਂ ਛੱਡੇ ਨਹੀਂ ਸਕਦਾ ਆਪਣੇ ਬੱਚੇ ਨੂੰ। ਮਤਲਬ ਹਾਲਾਤ ਇਹ ਵੀ ਜਿਸ ਤਰ੍ਹਾਂ ਉਹ ਅੱਗ ਜਿਹੜੀ ਸੀ ਨਾ, ਉਹ ਨਿਊਟਰਲ ਉਹਦੇ ਨਾਲ ਪ੍ਰਸ਼ਾਦਾ ਬਣਾ ਕੇ ਵਿਛਕਾ ਲਿਆ ਤੇ ਉਹਦੇ ਨਾਲ ਅਸੀਂ ਬਹੁਤ ਕੁਝ ਕਰ ਲਿਆ। ਉਸ ਅੱਗ ਦੇ ਨਾਲ ਕਈਆਂ ਦੇ ਘਰ ਵੀ ਫੂਕ ਦਿੱਤੇ ਜਾਂਦੇ। ਸਾਡਾ ਉਹ ਹੈ ਕੀ ਹੈ, ਉਹ ਜਿਹੜਾ ਨਿਊਟਰਲ ਸ਼ਕਤੀ ਹੈ ਸਾਡੇ ਅੰਦਰ ਦੀ, ਉਹ ਸਾਨੂੰ ਇਨਵਾਇਰਨਮੈਂਟ ਜਿਹੜਾ ਮਿਲਿਆ ਸੀ, ਉਸ ਨੇ ਸਾਡਾ ਐਟੀਟਿਊਡ ਐਸਾ ਬਣਾ ਦਿੱਤਾ ਕਿ ਉਸ ਅੱਗ ਦੇ ਨਾਲ ਗਲਾਂ 'ਚ ਟਾਇਰ ਪਾ ਕੇ ਵੀ ਸਾੜੇ ਗਏ। ਇਹ ਕਾਹਦੇ ਮਤਲਬ ਇਹ ਸਾਰੇ ਰੌਲੇ ਜਿਹੜੇ ਸੀ, ਇੱਕ ਕਾਹਦੇ ਸੀ ਇਹ, ਇੱਕ ਇਨਸਾਨੀਅਤ ਨੂੰ ਕਹਿ ਲਓ ਵੀ ਜੋ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਹੈ ਉਹ ਬਿਲਕੁਲ ਖਤਮ ਹੋ ਚੁੱਕੀਆਂ। ਇੱਕ ਉਹਦਾ ਪ੍ਰਗਟਾਵਾ ਹੀ ਹੈ ਜੀ। ਬਿਲਕੁਲ। ਇਸ ਕਰਕੇ ਮਤਲਬ ਜਿਹੜੀਆਂ ਅਸੀਂ ਇੱਕ ਕੁਦਰਤ ਨੇ, ਜੇ ਅਸੀਂ ਪੁੱਛੀਏ ਵੀ ਜਾਤ, ਉਹ ਕਹਿੰਦੇ ਮਾਨਸ ਕੀ ਜਾਤ। ਜੇ ਤੁਸੀਂ ਜਾਤਾਂ ਦੇ ਵਿੱਚ ਹੀ ਵੰਡਣਾ ਹੀ ਹੈ ਇਸ ਦੁਨੀਆ ਨੂੰ, ਤੇ ਕਮ ਸੇ ਕਮ ਇੱਕੋ ਮਾਨਸ ਨੂੰ ਜਾਂ ਵੰਡੋਗੇ ਨਾ, ਉਹਦੀ 2 ਜਾਤਾਂ ਨਹੀਂ ਹੋ ਸਕਦੀਆਂ। ਮਾਨਸ ਕੀ ਜਾਤ ਸਭ ਇੱਕ ਹੈ, ਪਹਿਚਾਨ ਲੋ। ਜੇ ਪਹਿਚਾਨੋਗੇ ਨਹੀਂ ਨਾ ਤੇ ਪਰੇਸ਼ਾਨ ਹੋ ਜਾਓਗੇ। ਉਹ ਪਰੇਸ਼ਾਨੀ ਦਾ ਰਿਜ਼ਲਟ ਜਿਹੜਾ ਅਸੀਂ ਅੱਜ ਭੁਗਤ ਰਹੇ ਹਾਂ, ਉਹ ਪਤਾ ਕੀ ਕਹਿੰਦੇ, ਕੋਈ ਪਿਓ ਮੁੰਡਿਆ ਸੰਨਿਆਸੀ, ਕੋਈ ਜੋਗੀ ਪਿਓ, ਕੋਈ ਬ੍ਰਹਮਚਾਰੀ, ਕੋਈ ਜਤੀ न मानवो, हिंदू तुर्क को राफजी इमाम साफी। मानस की जात सब एक है, पहचानो सच ਨੂੰ ਪਛਾਣੋ, ਹੁਕਮ ਪਛਾਣਾ ਸੋ ਇੱਕੋ ਜਾਣਾ। ਬੰਦਾ ਕੀ ਹੈ, ਸੋਈ ਤੂੰ ਬੰਦਾ ਉਦੋਂ ਬਣੂਗਾ ਜਦੋਂ ਸੱਚ ਨੂੰ ਪਛਾਣ ਲਊਗਾ ਕਿ ਮਾਨਸ की जात ਇੱਕੋ ਹੈ। ਮਾਨਸ की जात सब एक है, पहचान वो करता करीम सोई राज करीम, दूसरों ना भेद कोई भूल भरमान। वो हद्दां ਅਸੀਂ ਬਣਾਈਆਂ, ਦੂਸਰੋਂ ਨਾ ਭੇਦ ਕੋਈ ਭੂਲ ਭਰਮਾਨ। ਇੱਕ ਹੀ ਕਿ ਸਭ ਇੱਕੋ ਗੁਰੂ ਦੇਵ ਇੱਕ, ਜਿਹੜਾ ਗਿਆਨ ਹੋਣਾ ਸਭ ਨੂੰ ਇੱਕ ਤੋਂ ਹੀ ਆਉਣਾ। एक ही स्वरूप सब एक है जोत जान। वो ਜਿਹੜਾ ਇੰਟੈਲੈਕਟ ਹੈਗੀ, ਜਿਹੜੀ ਚੇਤਨਤਾ ਹੈਗੀ ਹੈ, ਜਿਹੜਾ ਮੂਲ ਹੈਗਾ ਹੈ, ਉਹ ਸਭ ਦਾ ਇੱਕ ਹੈ। ਜਿਸ ਦਿਨ ਇਹ ਪਛਾਣ ਲਿਆ ਨਾ, ਫਿਰ ਇਹ ਸੱਚ ਜਿਹੜਾ ਇਹ ਇਨਸਾਨੀਅਤ ਹੈ, ਫਿਰ ਇਹ ਤੇ ਸਵਾਰ ਹੋ ਕੇ ਜਾਂ ਥੋੜੀ ਜਿਹੀ ਉਡਾਰੀ ਲਾਉਂਗੇ ਤੁਸੀਂ, ਇਹ ਬੰਧਨ ਜਿਹੜੇ ਹੈ ਨਾ ਜਾਤਾਂ ਗੋਤਾਂ, ਦੇਸ਼ਾਂ ਪ੍ਰਾਂਤਾਂ, ਕੌਮਾਂ, ਮਜ਼ਹਬਾਂ ਦੇ, ਇਹ ਬਿਮਾਰੀਆਂ ਦੀ ਜੜ੍ਹ ਹੈ, ਮਿਜ਼ਾਈਲਾਂ ਇਸੇ ਕਰਕੇ ਬਣਾਈਆਂ ਹੋਈਆਂ। ਵਾਤਾਵਰਨ ਜਿਹੜੀ ਗਲੋਬਲ ਵਾਰਮਿੰਗ ਜਾਂ ਜੋ ਵੀ ਅਸੀਂ ਅੱਜ ਕਹਿ ਰਹੇ ਹਾਂ, ਇਹਦੇ ਪਿੱਛੇ ਕਾਰਨ ਕੀ ਹੈ? ਇਹ ਕੁਦਰਤ ਦੇ ਸੰਵਿਧਾਨ ਦੀ ਸ਼ਰੇਆਮ ਉਲੰਘਣਾ, ਕੁਦਰਤ ਦੇ ਬੰਦੇ ਵੱਲੋਂ। ਉਹਦੇ ਕੌਨਸੀਕੁਐਂਸ ਅਸੀਂ ਭੁਗਤ ਰਹੇ ਹਾਂ। ਸਾਡੀ ਮੈਂਟਲ, ਸਾਡੀ ਫਿਜ਼ੀਕਲ ਹੈਲਥ ਅੱਜ ਤੁਸੀਂ ਦੇਖੋ ਵੀ ਹਸਪੀਟਲਾਂ ਦੇ ਵਿੱਚ ਰਸ਼ ਵੱਧ ਰਿਹਾ। ਬਿਲਕੁਲ। ਕਿਉਂ ਵੱਧ ਰਿਹਾ? ਕਿਉਂਕਿ ਕੁਦਰਤ ਦਾ ਬੰਦਾ ਕੁਦਰਤ ਦੇ ਵਿਧਾਨ ਨੂੰ ਬੁਰੀ ਤਰ੍ਹਾਂ ਭੁੱਲ ਗਿਆ। ਇਹ ਵੀ ਕਹੀ ਜਾਂਦਾ ਕਿ ਕੁਦਰਤ ਦੀ ਜਾਤ ਕੋਈ ਨਹੀਂ ਹੈ, ਉਹ ਅਮਜਬੇ ਹੈ, ਉਹ ਅਧਰਮੇ ਹੈ। ਤੇ ਫਿਰ ਮਜ਼ਹਬਾਂ ਦੇ ਤੇ ਇਹ ਜਾਤਾਂ ਗੋਤਾਂ, ਦੇਸ਼ਾਂ ਪ੍ਰਾਂਤਾਂ ਦੇ ਇੰਨੇ ਰੌਲੇ ਪਾਏ ਹੋਏ ਆ, ਜਿਹਦੇ ਕਰਕੇ ਮਤਲਬ ਉਹਦੇ ਅੰਦਰਲਾ ਇਨਸਾਨ ਇੰਨਾ ਮਰ ਚੁੱਕਿਆ ਹੈ, ਜ਼ਮੀਰ ਇੰਨੀ ਮਰ ਚੁੱਕੀ ਹੈ। ਜਿਹੜੀਆਂ ਘਟਨਾਵਾਂ ਦਾ ਤੁਸੀਂ ਜ਼ਿਕਰ ਕਰਦੇ ਹੋ, ਇਹ ਸਾਰਾ ਉਹਦਾ ਪਰਿਣਾਮ ਹੈ। ਜੇਕਰ ਅਸੀਂ ਚਾਲ ਅਜੇ ਆਪਣੀ ਨਾ ਬਦਲੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਜ ਕੈਸਾ ਹੋਊਗਾ, ਇਹਦੀ ਕਲਪਨਾ ਕਰਨੀ ਵੀ ਬਹੁਤ ਮੁਸ਼ਕਲ ਹੈ। ਪਰ ਭਾਈ ਸਾਹਿਬ, ਮੈਨੂੰ ਲੱਗਦਾ ਨਹੀਂ ਕਿ ਆਪਾਂ ਚਾਲ ਬਦਲਾਂਗੇ। ਮੈਂ ਆਪਾਂ ਸ਼ਬਦ ਇਸ ਕਰਕੇ ਵਰਤਿਆ ਕਿਉਂਕਿ ਉਹੀ ਗਲੋਬਲ ਪਿੰਡ ਆ ਗਏ, ਟੇਬਲ ਟੂ, ਮਤਲਬ ਕਿੱਥੇ ਵੀ ਪਹੁੰਚ ਜਾਂਦੇ ਆਪਾਂ। ਚਾਲ ਬਦਲਦੇ ਲੱਗਦੇ ਨਹੀਂ ਹੈ ਆਪਾਂ। ਮਤਲਬ ਤੁਹਾਡਾ ਕੀ ਇਸ ਬਾਰੇ ਵਿਚਾਰ ਹੈ? ਦੇਖੋ, ਤਬਦੀਲੀ ਇੱਕ ਹੈ ਤਾਂ ਸੰਸਾਰ ਦਾ ਨਿਯਮ ਤਬਦੀਲੀ ਹੈ। ਜੇ ਰਾਤ ਪੈਂਦੀ ਹੈ ਤਾਂ ਫਿਰ ਦਿਨ ਵੀ ਚੜ੍ਹਦਾ ਹੈ, ਤੇ ਜੇਕਰ ਅੱਜ ਸਰਦੀ ਹੈ ਤੇ ਕੱਲ ਨੂੰ ਬਰਸਾਤ ਵੀ ਹੈ, ਤੇ ਫਿਰ ਕੱਲ ਨੂੰ ਗਰਮੀ ਵੀ ਹੈਗੀ ਹੈ। ਤੇ ਇਹ ਸਾਰੇ ਮੌਸਮ ਤਬਦੀਲੀ, ਇਹ ਤਬਦੀਲੀ ਹੈ ਨਾ। ਬੱਚਾ ਹੈ, ਜਵਾਨ ਹੈ, ਬੁਢੇਪਾ ਹੈ, ਤੇ ਚੇਂਜ ਹੋ ਗਿਆ। ਉਹ ਤੱਤਾਂ ਦੇ ਵਿੱਚ ਮਿਲ ਗਿਆ, ਮਿੱਟੀ 'ਚ ਮਿਲ ਗਿਆ। ਪਰ ਮਿੱਟੀ 'ਚ ਮਿਲਣ ਤੋਂ ਪਹਿਲਾਂ ਉਹ ਸੋਚ ਉਹਦੀ ਆਕਾਸ਼ ਨੂੰ ਟੱਚ ਕਰ ਜੇ, ਜਿਵੇਂ ਤੁਸੀਂ ਕਰਦੇ ਸੀ ਨਾ ਵੀ ਛੱਤ ਨੂੰ ਟੱਚ ਕਰ ਜੀਏ, ਵੀ ਚੜੀਏ ਪੌੜੀਆਂ। ਜਰਾ ਆਪਾਂ ਪਤਾਲ ਵੀ ਚਲੇ ਗਏ ਅਸੀਂ, ਵੀ ਉਹ ਨਾ ਅੰਬਰਾਂ ਨੂੰ, ਹੈ ਨਾ, ਵੀ ਮਤਲਬ ਆਪਾਂ ਇਨਸਾਨ ਦੀ ਸੋਚ ਤੇ ਸਵਾਰ ਹੋ ਕੇ ਉੜੀਏ ਜਰਾ ਅਸਮਾਨ ਦੇ ਵਿੱਚ, ਵੀ ਫੈਲੀਏ ਜਰਾ ਅੰਬਰਾਂ 'ਚ, ਸਾਰੇ ਸੋਚ ਨੂੰ ਫੈਲਾ ਕੇ ਦੇਖੀਏ ਥੋੜਾ ਜਿਹਾ। ਅਸੀਂ ਮੈਨੂੰ ਤੇ ਮੇਰੇ ਚਾਰ ਜੀਆਂ ਤੇ ਅੱਗੇ ਸੁਰਤ ਨਹੀਂ ਜਾ ਰਹੀ, ਤੇ ਜਰਾ ਥੋੜਾ ਜਿਹਾ ਨਾ ਵੀ ਫਿਰ
ਜਿਹੜਾ ਬ੍ਰਹਿਮੰਡਾਂ ਵਿੱਚ ਆਸਣ ਲਾ ਕੇ, ਹੁਣ ਤਾਂ ਸਾਇੰਸ ਨੇ ਬੜਾ ਕੁਝ ਖੋਜ ਲਿਆ, ਜੀ ਬਿਲਕੁਲ। ਠੀਕ ਹੈ, ਹੁਣ ਤਾਂ ਆਪਾਂ ਦੇਖਦੇ ਹਾਂ ਵੀ ਲਾਈਕ ਬ੍ਰਹਿਮੰਡ ਤੇ ਗੈਲੈਕਸੀਆਂ ਬਾਰੇ ਗੱਲਾਂ ਕਰਦੇ ਹੀ ਆ ਨਾ, ਵੀ ਲਾਈਕ ਸੋਚ ਨੂੰ ਫੈਲਾ ਕੇ ਦੇਖੋ ਨਾ ਹੁਣ ਤਾਂ ਪਲਾਟ ਵੀ ਕੱਟ ਲਏ ਆਪਾਂ, ਪਲਾਟ ਵੀ ਕੱਟ ਲਏ ਤੇ ਰਹਿਣਾ ਕਿੰਨੇ ਦਿਨ ਇਹ ਨਹੀਂ ਪਤਾ, ਔਰ ਜਿੰਨੇ ਦਿਨ ਵੀ ਰਹਿਣਾ ਹੈ ਕਿੰਨੀ ਬੇਚੈਨੀ ਚ, ਕਿੰਨੀ ਪਰੇਸ਼ਾਨੀ ਚ, ਕਿੰਨੇ ਮਾਨਸਿਕ ਤਣਾਅ ਚ ਪੈਸੇ ਕੱਢ ਕੇ ਬਾਹਰ ਮਾਰੇ ਨਾ ਕੋਵਿਡ ਦੌਰਾਨ, ਕਿੰਨਾ ਕੁਝ ਸਾਨੂੰ ਦਿਖਾਤਾ, ਪਰ ਅੱਤ ਅੰਨਾ ਬੋਲਾ ਹੋ ਗਿਆ, ਇਹਨੂੰ ਪਤਾ ਨਹੀਂ ਵੀ ਪੈਸਾ ਕੰਮ ਨਹੀਂ ਆਉਂਦਾ। ਫਿਰ ਪੈਸਾ ਪਦਾਰਥ ਇੰਨਾ ਜ਼ਿਆਦਾ ਮਤ ਮਾਰਤੀ ਦੌਲਤ ਤੇ ਸ਼ੌਹਰਤ ਨੇ, ਇਹ ਮਤ ਦੁਨੀਆ ਦੀ ਮਾਰੀ, ਪਰ ਨਾਲੇ ਪਤਾ ਹੈ ਵੀ ਖਾਲੀ ਹੱਥ ਸਿਕੰਦਰਾਂ ਦੇ ਰਾਜਿਆਂ ਦੇ ਰਹਿ ਗਈ ਦੌਲਤ ਇੱਥੇ ਸਾਰੀ। ਤੇ ਅੱਜ ਜੇ ਸਲੂਟ ਹੁੰਦਾ ਹੈ, ਜੇ ਸੈਮੀਨਾਰ ਕਰ ਕਰਕੇ ਅਸੀਂ ਕਿਸੇ ਨੂੰ ਯਾਦ ਕਰਦੇ ਹਾਂ, ਜਿਹੜੇ ਮਰ ਕੇ ਵੀ ਨਹੀਂ ਮਰੇ, ਜਿਹੜੇ ਮੁੱਕ ਕੇ ਵੀ ਨਹੀਂ ਮੁੱਕੇ, ਉਹ ਕਿਹੜੇ ਸੀ? ਉਹ ਕੁਦਰਤ ਪ੍ਰੇਮੀ ਸੀ, ਜਿਨ੍ਹਾਂ ਦੇ ਅੰਦਰ ਕੁਦਰਤ ਵਰਗੀ ਇਕੁਐਲਿਟੀ ਸੀ। ਵਿਧਾਨ ਕੀ ਹੈ ਸਿਰਜਣਹਾਰ ਦਾ, ਜਿਹਨੇ ਦੁਨੀਆ ਨੂੰ ਸਿਰਜਿਆ, ਜੇ ਉਹਨੇ ਹਵਾ ਬਣਾਈ ਹੈ ਸਭ ਲਈ ਇੱਕੋ ਜਿਹੀ ਬਣਾਈ ਹੈ। ਹਾਂ ਬਿਲਕੁਲ। ਜੇ ਪਾਣੀ ਬਣਾਇਆ ਸਭ ਲਈ ਇੱਕੋ ਜਿਹਾ ਬਿਹੇਵੀਅਰ ਹੈ ਉਹਦਾ, ਧਰਤੀ ਬਣਾਈ ਹੈ ਇੱਕੋ ਜਿਹਾ ਬਿਹੇਵੀਅਰ ਹੈ। ਜਿਹੜੀ ਗੇਮ ਚੱਲ ਰਹੀ ਹੈ ਸ੍ਰਿਸ਼ਟੀ ਦੇ ਉੱਤੇ, ਇਹਦੇ ਵਿੱਚ ਪਵਨ ਹੈ, ਪਰ ਅਸੀਂ ਬੁਰੀ ਤਰ੍ਹਾਂ ਤਬਾਹ ਕਰਤੀ ਅੱਜ ਕੈਮੀਕਲ ਪਾ ਕੇ ਧਰਤੀ ਦਾ, ਹੈ ਨਾ। ਪਵਨ ਨੇ ਕਿਦਾਂ ਗੁਰੂ ਦੀ ਤਰ੍ਹਾਂ, ਪਾਣੀ ਨੇ ਪਿਤਾ ਦੀ ਤਰ੍ਹਾਂ, ਤੇ ਧਰਤੀ ਨੇ ਮਾਂ ਦੀ ਤਰ੍ਹਾਂ ਕਿਸ ਤਰ੍ਹਾਂ ਦਾ ਰੋਲ ਜਿਹੜਾ ਇਹ ਨਿਭਾਇਆ ਅੱਜ ਤੱਕ ਤੇ ਨਿਭਾ ਰਹੀ ਹੈ, ਤੇ ਇਸ ਨੂੰ ਅਸੀਂ ਬੁਰੀ ਤਰ੍ਹਾਂ ਪੋਲਿਊਟ ਕਰ ਦਿੱਤਾ। ਪਰ ਅੱਜ ਅਸੀਂ ਸਾਡੇ ਮੁੱਦਿਆਂ ਵਿੱਚ, ਇਲੈਕਸ਼ਨ ਦੇ ਮੁੱਦਿਆਂ ਵਿੱਚ, ਸਾਡੇ ਕਿਸੇ ਵੀ ਮੈਨੀਫੈਸਟੋ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਕਿ ਅਸੀਂ ਇਨਸਾਨ ਸਿੱਖਿਆ ਦੇ ਕੇ ਇਨਸਾਨ ਨੂੰ ਕਿਵੇਂ ਇੱਕ ਇਨਸਾਨ। ਮੈਂ ਤੁਹਾਡੇ ਰਾਹੀਂ ਜਿਹੜੇ ਸਾਡੇ ਦਰਸ਼ਕ ਵਿਦੇਸ਼ ਦੇ ਵਿੱਚ ਬੈਠੇ ਆ ਭਾਈ ਸਾਹਿਬ, ਮੈਂ ਜ਼ਰੂਰ ਚਾਹਾਂਗਾ, ਕਿਉਂਕਿ ਵਕਤ ਮੇਰੇ ਖਿਆਲ 'ਚ ਸ਼ਾਇਦ ਸਾਡੇ ਕੋਲੇ ਥੋੜ੍ਹਾ ਜਿਹਾ ਘੱਟ ਹੈ, ਕਿ ਆਹ ਜਿਹੜੀ ਇਲੈਕਸ਼ਨ ਦੀ ਗੱਲ ਔਰ ਮੈਨੀਫੈਸਟੋ ਦੀ ਗੱਲ ਔਰ ਮੁੱਦਿਆਂ ਦੀ ਗੱਲ ਆ ਗਈ, ਇਹਦੇ ਵਿੱਚ ਕਿਤੇ ਵੀ ਤੁਹਾਨੂੰ ਲੱਗਦਾ ਕਿ ਇਹ ਜ਼ਿਕਰ ਆਉਂਦਾ ਹੈ ਜਾਂ ਇਹ ਜ਼ਿਕਰ ਕਰਦੇ ਆ ਵੀ ਮਨੁੱਖ ਦੀ ਚੇਤਨਤਾ ਔਰ ਚੇਤਿਆਂ ਦੇ ਵਿੱਚ ਇਕੁਐਲਿਟੀ, ਬਰਾਬਰਤਾ ਔਰ ਨਿਆਸਰਿਆਂ ਨੂੰ ਆਸਰਾ ਦੇਣਾ, ਇਹ ਸਾਰੀਆਂ ਚੀਜ਼ਾਂ ਦੀ ਕਿਤੇ ਜ਼ਿਕਰ, ਕਿਤੇ ਗੱਲ ਤੁਹਾਨੂੰ ਲੱਗਦੀ ਹੈ? ਮੇਰੇ ਖਿਆਲ 'ਚ ਆਪਾਂ ਪਿਛਲੀ ਵਾਰੀ ਵੀ ਇਹ ਗੱਲ ਕੀਤੀ, ਇਸ ਸਟੇਜ ਤੇ ਵੀ ਨਹੀਂ ਬੋਲੀ ਜਾਂਦੀ। ਤੁਸੀਂ ਸਾਨੂੰ ਇਹਨਾਂ ਵੰਡਤਾ, ਹੁਣ ਧਰਮਾਂ ਦੇ ਨਾਂ ਤੇ ਵੰਡਦਾ, ਇੱਕੋ ਰੱਬ ਦੇ ਬੰਦਿਆਂ ਨੂੰ, ਇੱਕ ਪਿਤਾ ਇੱਕ ਸਕੇ ਹਮਾਰਿਕ ਜੀ। ਤੁਸੀਂ ਇਹਨਾਂ ਦੇ ਆਧਾਰ ਤੇ ਸਾਨੂੰ, ਮਤਲਬ ਆਪਣੇ ਸਵਾਰਥ ਦੇ ਆਧਾਰ ਤੇ ਕਿੱਦਾਂ ਧਰਮਾਂ ਨੂੰ, ਪਵਿੱਤਰ ਗ੍ਰੰਥਾਂ ਦੇ ਪਵਿੱਤਰ ਸਿਧਾਂਤ ਜਿਹੜੇ ਸਾਡੇ ਅੰਦਰ ਕਿੰਨਾ ਆਪਸੀ ਕੇ ਨਹੀਂ, ਤੂੰ ਸਾਂਝਾ ਸਹਿਬ ਬਾਪ, ਹਮਾਰਾ ਸਾਂਝਾ ਬਾਪ ਹੈ, एक ਦੀ ਔਲਾਦ ਹੈ, ਇੱਕ ਪਿਤਾ ਇੱਕ ਸਕੇ ਹਮਾਰੀ ਹੈ, ਨਹੀਂ ਇੱਕ ਨੂਰ ਤੋਂ ਇੱਕੋ ਨਾਲ ਜੁੜੀ ਜਾ ਰਹੇ हैं, एक ਨੂਰ ਤੋਂ ਸਭ ਜੋਗੇ नहीं, ये जग नॉट कंट्री, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਦਾ ਵਿਸ਼ਵਾਸ, ਉਹਨੂੰ ਸੱਚ ਪਿਆਰਾ, ਇੱਕੋ ਧਰਮ ਦ੍ਰਿੜ, ਸੱਚ ਕੋਈ ਧਰਮ ਨੂੰ ਦ੍ਰਿੜ ਪਕਾ ਜਿਹੜਾ ਨਿਸ਼ਚੈ ਕਰ, ਇਹ ਕੀ ਹੈ? ਸੱਚ ਹੈ। ਸੱਚ ਕੀ ਹੈ? ਕਿ ਸਭ ਦਾ ਮਾਲਕ ਇੱਕ, ਅਸੀਂ ਇੱਕ ਨੂੰ ਬਿਲੋਂਗ ਕਰਦੇ ਹਾਂ। ਜਿੰਨੀ ਦੇਰ ਤੱਕ ਇਹ ਸਾਨੂੰ ਪਾਠ ਨਹੀਂ ਪੜ੍ਹਾਏ ਜਾਂਦੇ, ਇਹ ਮੈਂਟਲ ਹੈਲਥ ਦੇ ਵਿਗੜਨ ਦਾ ਕਾਰਨ ਜਾਂ ਵਿਗਾੜਨ ਦਾ ਕਾਰਨ, ਜਾਂ ਕੀ ਕਹੀਏ ਹੁਣ, ਇਹਨਾਂ ਅਤ ਅੰਨਾ ਬੋਲਾ ਹੋ ਜਾਂਦਾ ਨਾ, ਮਾਇਆਧਾਰੀ ਅਤ ਅੰਨਾ ਬੋਲਾ, ਉਹਦੇ ਅੰਦਰਲੀ ਆਵਾਜ਼, ਜਿਹੜਾ ਸ਼ਬਦ ਨਾ ਸੁਣੇ ਪਰ ਰੋਲ ਖਿਚੋੜਾ ਨਾ, ਅੰਦਰਲਾ ਸ਼ਬਦ ਜਿਹੜਾ ਆ ਰਿਹਾ ਨਾ ਜੀ ਅੰਦਰ, ਜੋ ਸ਼ਬਦ ਹੈ ਅੰਦਰ, ਆਤਮਾ ਦੀ ਆਵਾਜ਼, ਜ਼ਮੀਰ ਦੀ ਆਵਾਜ਼, ਉਹਨੂੰ ਸੁਣ ਨਹੀਂ ਰਹੀ। ਇਸ ਕਰਕੇ ਕਿੱਦਾਂ ਵੰਡੀਆਂ ਪਾ ਦਿੱਤੀਆਂ, ਹੈ ਨਾ। ਮਤਲਬ ਹੁਣ ਸਿਰਜਣਹਾਰ ਵੀ ਵੰਡ ਲਿਆ ਇਹਨਾਂ ਨੇ, ਹੈ ਨਾ, ਜਿਹਨੂੰ ਬਾਰ-ਬਾਰ ਮਤਲਬ ਕਹਿੰਦੇ ਇਹਨੇ ਪਹਿਲਾਂ ਦੇਸ਼ਾਂ 'ਚ ਵੰਡਿਆ, ਆਪਣੀਆਂ ਬਾਉਂਡਰੀਆਂ ਬਣਾਈਆਂ, ਉੱਥੇ ਮਿਜ਼ਾਈਲਾਂ ਫਿੱਟ ਕਰ ਦਿੱਤੀਆਂ, ਉਹਦਾ ਜਿਹੜਾ ਅਸੀਂ ਜੋ ਕੌਨਸੀਕੁਐਂਸ ਅੱਜ ਭੁਗਤ ਰਹੇ ਹੈਗੇ। ਪਰ ਇਹ ਇਲੈਕਸ਼ਨ ਜਿਹੜੀ ਗੱਲ ਹੈ, ਹੁਣ ਅਸੀਂ ਆਪਣਾ ਦੇਸ਼, ਇਸ ਦੇਸ਼ ਦੇ ਵਿੱਚ ਅਸੀਂ ਚਾਹੁੰਦੇ ਹਾਂ ਸ਼ਾਂਤੀ, ਅਸੀਂ ਚਾਹੁੰਦੇ ਹਾਂ ਵੀ ਕੋਈ ਵੀ ਸਾਡਾ ਸਾਥੀ, ਕੁਦਰਤ ਦਾ ਬੰਦਾ, ਇੱਕ ਤੋਂ ਆਏ ਹੋਏ, ਉਹੀ ਹਵਾ ਲੈਂਦੇ ਹਾਂ ਤੇ ਉਹੀ ਹਵਾ ਛੱਡਦੇ ਹਾਂ ਇੱਕ ਦੂਜੇ ਨੂੰ, ਬੜੇ ਸਾਨੂੰ ਇਹ ਬੜਾ ਕਲੀਅਰ ਹੈ। ਤੇ ਉਸ ਦੇ ਵਿੱਚ ਸਾਨੂੰ ਮਤਲਬ ਵੀ ਸਾਡੇ ਸਾਥੀ ਕਿਉਂ ਡਿਪਰੈਸ਼ਨ 'ਚ ਜਾ ਰਹੇ ਹੈ, ਕਿਹੜੇ ਹਾਲਾਤ ਹੈ, ਉਹਦੇ ਉੱਤੇ ਰਿਸਰਚ ਕਰਨ ਦੀ ਗੱਲ। ਪਰ ਇਹ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਮੈਨੂੰ ਲੱਗਦਾ ਵੀ ਆਪਾਂ ਮੁੜਦੇ ਹੈ ਨਹੀਂ, ਆਪਾਂ ਸਪੈਸ਼ਲ ਪੈਸੇ ਦੇ ਕੇ ਲੈਕਚਰ ਵੀ ਕਰਾਉਂਦੇ ਆ ਸਾਰੇ, ਵਿਦੇਸ਼ਾਂ ਦੇ ਵਿੱਚ ਵੀ ਤੇ ਇੱਥੇ ਵੀ, ਪਰ ਮੁੜਦੇ ਆਪਾਂ ਲੱਗਦੇ ਨਹੀਂ। 26 ਜਨਵਰੀ ਨੂੰ ਭਾਈ ਸਾਹਿਬ, ਜਦੋਂ ਸਾਡਾ ਗਣਤੰਤਰ ਦਿਵਸ, ਗਣ ਅਸੀਂ ਤੰਤਰ ਜੋ ਚੱਲ ਰਿਹਾ ਸੰਵਿਧਾਨ ਦਾ ਦਿੱਤਾ ਹੋਇਆ, ਉਦੋਂ ਹੀ ਦਿੱਲੀ ਦੇ ਵਿੱਚ ਘਟਨਾ ਵਾਪਰਦੀ ਹੈ ਕਿ ਇੱਕ ਲੜਕੀ, ਮੈਂ ਉਹਦੇ ਧਰਮ ਜ਼ਾਤ ਗੋਤ ਤੇ ਨਹੀਂ ਜਾਂਦਾ ਹੈਗਾ, ਬਿਲਕੁਲ ਵੀ ਜਾਣਾ ਨਹੀਂ ਚਾਹੀਦਾ ਮੇਰੇ ਖਿਆਲ 'ਚ, ਜਿੱਦਾਂ ਦੀ ਜਿੱਥੇ ਅਸੀਂ ਆਪਾਂ ਪਹੁੰਚੇ, ਇਨਸਾਨੀਅਤ ਦਾ ਧਰਮ, ਮਨੁੱਖਤਾ, ਹੈ ਨਾ, ਉਸ ਬੇਟੀ ਨਾਲ ਹੋ ਕੀ ਰਿਹਾ, ਮਤਲਬ ਘਰਾਂ ਦੇ ਵਿੱਚ ਤਾੜ ਕੇ ਵੀ ਸਾਡੇ, ਇਹਦਾ ਮਤਲਬ ਦਿਮਾਗ ਵੀ ਤੇ ਸਾਡੀ ਸੋਚ ਵੀ ਬੰਦ ਕੀਤੀ ਗਈ ਹੈ। ਇੱਕ ਪਾਸੇ ਐਡੀ ਵੱਡੀ ਪਰੇਡ ਹੋ ਰਹੀ ਹੈ ਤੇ ਦੂਜੇ ਪਾਸੇ ਇਹ ਕਾਰਾ ਵਾਪਰ ਰਿਹਾ। ਪਰ ਤੰਤਰ ਜੇਕਰ ਸਵਾਰਥੀ ਹੋ ਜਾਊਗਾ ਨਾ, ਸਵਾਰਥੀ ਤੰਤਰ, ਤੇ ਉਸ ਦੇ ਰਿਜ਼ਲਟ ਜਿਹੜੇ ਆ ਨਾ, ਫਿਰ ਕੀ ਹੋਣਾ ਜਦੋਂ ਭ੍ਰਿਸ਼ਟ ਹੋ ਗਿਆ ਨਾ ਆਚਾਰ। ਆਚਾਰ ਕੀ ਹੈ? ਕਿਰਦਾਰ ਜੀ, ਹੈ ਨਾ ਜੀ। ਆਚਾਰ ਜਦੋਂ ਨਾ ਕਹਿੰਦੇ ਗੱਲੀ ਅਸੀਂ ਚੰਗੀਆਂ, ਆਚਾਰ ਹੀ ਬੁਰੀਆਂ, ਆਚਾਰ ਹੀ ਬੁਰੀਆਂ, ਕਹਿੰਦੇ ਸੱਚੋ ਰੇ ਸਭ ਕੋ ਪਰ ਸੱਚ ਆਚਾਰ, ਭ੍ਰਿਸ਼ਟ ਗਿਆ ਆਚਾਰ। ਤੇ ਆਚਾਰ ਜਿਹੜਾ ਨਾ, ਗਣਤੰਤਰ ਜਿਹੜਾ ਹੈ ਨਾ, ਗੁਣਤੰਤਰ ਬਣ ਗਿਆ ਜਿੱਦਣ, ਗੁਣ ਜਿਹੜਾ ਨਾ
ਗਣਤੰਤਰ ਦਾ ਗੁਣਤੰਤਰ ਬਣ ਗਿਆ। ਗੁਣਤੰਤਰ ਬੇਸ ਬਣ ਗਿਆ। ਹੂੰ ਜੇ ਗੁਣਤੰਤਰ ਬੇਸ ਬਣ ਗਿਆ, ਹੁਣ ਕੀ ਹੈ, ਸਵਾਰਥ ਬੇਸ ਬਣਿਆ ਹੋਇਆ। ਹੂੰ ਤੇ ਸਵਾਰਥ ਨੇ ਫਿਰ ਕਿਹਨੂੰ ਜਨਮ ਦੇਣਾ? ਇਹਨਾਂ ਅਪਰਾਧਾਂ ਨੂੰ ਜੋ ਸਾਡੇ ਸਾਹਮਣੇ ਆ ਰਹੇ ਹੈ। ਪਾਪ ਨੇ ਅਪਰਾਧ ਨੂੰ ਭਾਈ ਜਨਮ ਦੇਣਾ। ਸਾਹਿਬ ਮੈਂ ਮਾਫੀ ਚਾਹਾਂਗਾ ਕਿ ਮੈਂ ਚਾਹੁੰਦਾ ਕਿ ਕੁਝ ਸੈਕਿੰਡ ਲਈ ਸਾਡਾ ਅਖੀਰਲਾ ਅੱਜ ਦਾ ਸੁਨੇਹਾ ਤੁਹਾਡੇ ਵੱਲੋਂ ਦਿੱਤਾ ਜਾਵੇ। ਗਣਤੰਤਰ ਤੋਂ ਗੁਣਤੰਤਰ ਵੱਲ ਤਬਦੀਲ ਹੋਣ ਦੀ ਜਿਹੜੀ ਪ੍ਰਕਿਰਿਆ ਹੈ, ਇਹ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਇਹ ਗੱਲਾਂ ਬਹੁਤ ਲਾਜ਼ਮੀ ਨੇ। ਮੈਂ ਚਾਹੁੰਦਾ ਕਿ ਭਾਈ ਸਾਹਿਬ ਦਾ ਅਖੀਰਲਾ ਜਿਹੜਾ ਸੁਨੇਹਾ ਹੈ ਅੱਜ ਦਾ, ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ। ਇਹ ਬਿਲਕੁਲ ਮੇਰੀ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਵੀ ਜਦੋਂ ਵੀ ਇਹ ਸਾਡੇ ਸਾਹਮਣੇ ਜਿਨ੍ਹਾਂ ਨੂੰ ਅਸੀਂ ਲਾਈਕ ਇਲੈਕਸ਼ਨਾਂ ਦੇ ਵਿੱਚ ਚੁਣਦੇ ਹਾਂ, ਸਾਡੇ ਸਤਿਕਾਰਯੋਗ ਸਾਰੇ ਸੱਜਣ, ਸਾਡੀਆਂ ਪਾਰਟੀਆਂ, ਉੱਥੇ ਅਸੀਂ ਇਹ ਚੀਜ਼ਾਂ ਦਾ ਜੇਕਰ ਜ਼ਿਕਰ ਨਹੀਂ ਕਰਾਂਗੇ ਕਿ ਅਸੀਂ ਚਾਹੁੰਦੇ ਕੀ ਹਾਂ, ਸਾਨੂੰ ਕਲੀਅਰ ਹੋਣਾ ਚਾਹੀਦਾ ਅਸੀਂ ਚਾਹੁੰਦੇ ਕੀ ਹਾਂ। ਅਸੀਂ ਸ਼ਰਾਬ, ਅਸੀਂ ਪੈਸਾ ਕੀ ਚਾਹੁੰਦੇ ਹਾਂ, ਹੈ ਨਾ? ਕਿ ਅਸੀਂ ਆਪਣੇ ਲਾਈਕ ਸਵਾਰਥੀ ਕਹਿ ਲਓ ਜਿਹੜੇ ਸਾਡੇ ਕਿ ਵੀ ਸਾਡੇ ਗਰਜ਼ਾਂ ਨਾਲ ਜੁੜੇ ਹੋਏ ਅਸੀਂ ਨਹੀਂ, ਅਸੀਂ ਕਿਹੋ ਜਿਹਾ ਸਮਾਜ ਜਨਰੇਸ਼ਨ ਨੂੰ ਦੇ ਕੇ ਜਾ ਰਹੇ ਹਾਂ। ਅਸੀਂ ਸਵਾਲ, ਸਾਨੂੰ ਕਿਹੋ ਜਿਹਾ ਵਾਤਾਵਰਣ ਚਾਹੀਦਾ ਹੈ, ਕਿਹੋ ਜਿਹੀ ਹੈਲਥ ਤੇ ਕਿਹੋ ਜਿਹੀ ਐਜੂਕੇਸ਼ਨ, ਤੇ ਸਾਡੇ ਸਾਥੀਆਂ ਦੇ ਪ੍ਰਤੀ ਜਿਹੜਾ ਵੀ ਤੁਸੀਂ ਹੁਣ ਜੇ ਕੋਈ ਮੈਮੋਰੈਂਡਮ ਅੱਜ ਤੱਕ ਸਾਨੂੰ ਇਨਵਾਇਰਨਮੈਂਟ ਦੇ ਉੱਤੇ ਨਹੀਂ ਬਣਾ ਕੇ ਦਿੱਤਾ, ਸਾਡੇ ਰੋਲ ਰਹੇ ਬਜ਼ੁਰਗ ਜਿਹੜੇ ਸਾਰੀ ਉਮਰ ਕੰਮ ਕਰਦੇ ਆ ਉਹਨਾਂ ਦੇ ਉੱਤੇ ਸਾਨੂੰ ਕੁਝ ਨਹੀਂ ਬਣਾ ਕੇ ਦਿੱਤਾ। ਪਹਿਲੀ ਗੱਲ, ਇਹ ਸਾਰੀਆਂ ਚੀਜ਼ਾਂ ਵਾਤਾਵਰਣ ਤੇ ਰੋਲ ਰਹੇ ਸਾਡੇ ਸਾਥੀ, ਉਹਨਾਂ ਦੇ ਪ੍ਰਤੀ ਬਣਾਏ ਹੋਏ ਕਾਨੂੰਨ ਇੰਪਲੀਮੈਂਟ ਹੋਣ, ਇਨਫਰਾਸਟ੍ਰਕਚਰ ਸਾਨੂੰ ਯਕੀਨੀ ਬਣਾਇਆ ਜਾਵੇ। ਇਹਨੂੰ ਜਿਹੜਾ ਵੀ ਅਸੀਂ ਬਣਾਉਂਦੇ ਆ ਮੈਨੀਫੈਸਟੋ, ਇਹ ਕੋਈ ਕਾਗਜ਼ ਇੰਨਾ ਜ਼ਿਆਦਾ ਕਹਿੰਦੇ ਵੀ ਇਹ ਤਾਂ ਲਾਈਕ ਕਹਿਣ ਦੀਆਂ ਗੱਲਾਂ ਹੁੰਦੀਆਂ, ਇਹ ਸੁਣ ਕੇ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਰਿਕੁਐਸਟ ਕਰੀਏ ਕਿ ਇਹ ਜਿਹੜਾ ਵੀ ਮੈਮੋਰੈਂਡਮ ਹੁੰਦਾ ਇੱਕ ਲੀਗਲ ਡਾਕੂਮੈਂਟ ਬਣਨਾ ਚਾਹੀਦਾ ਕਿ ਇਸ ਦੇ ਆਧਾਰ ਦੇ ਉੱਤੇ ਸਰਕਾਰ ਨੇ ਕੰਮ ਕਰਨਾ ਹੈ। ਜੇ ਨਹੀਂ ਕਰਦੀ ਤਾਂ ਉਹਦੇ ਉੱਤੇ ਜਿਹੜੀ ਹੈ ਬਣਦੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਨਾ ਕਿ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਹੋਣਾ ਚਾਹੀਦਾ ਹੈ। ਤੇ ਸਾਡੇ ਸਾਥੀਆਂ ਨੂੰ ਸਾਰਿਆਂ ਨੂੰ ਇਸ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਸਮਾਜ ਜਿਹੜਾ ਹੈ ਉਹ ਗੁਣਤੰਤਰ ਬਣ ਸਕੇ। ਗੁਣ ਦੇ ਆਧਾਰ ਤੇ ਉਹ ਤੰਤਰ ਜਿਹੜਾ ਨਾ ਸਾਨੂੰ ਸਾਡੇ ਲਾਈਕ ਇਹ ਸਵਾਰਥ ਜਿਹੜਾ ਹੈਗਾ ਇਹ ਥੋੜਾ ਜਿਹਾ ਘਟ ਕੇ ਸਾਡੇ ਸਮਾਜ ਦੇ ਵਿੱਚ ਜਿਹੜੀ ਹੈ ਥੋੜੀ ਸ਼ਾਂਤੀ ਔਰ ਸਾਡਾ ਜੀਵਨ ਸੁਖੀ ਤੇ ਸਮਾਜ ਖੁਸ਼ਹਾਲੀ ਵੱਲ ਵੱਧ ਸਕੇ। ਸਾਨੂੰ ਬੋਲਣਾ ਪਏਗਾ ਸ਼ਰੀਫ ਰਹਿ ਕੇ, ਇੰਨਾ ਸੰਤੁਲਨ ਨਾ ਵਿਗਾੜ ਦਈਏ ਕਿ ਸਾਡਾ ਰਹਿਣਾ ਵੀ ਔਖਾ ਹੋ ਜਾਵੇ। ਸਮਾਜ ਸੇਵਾ ਤੇ ਸੰਵਿਧਾਨ ਦੀ ਇਸ ਲੜੀ ਔਰ ਇਸ ਕੜੀ ਨੂੰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜ਼ਰੂਰ ਜਾਰੀ ਰੱਖਾਂਗਾ। ਗਣਤੰਤਰ ਦਾ ਗੁਣਤੰਤਰ ਦੇ ਵਿੱਚ ਤਬਦੀਲ ਕਰਨਾ ਇਹ ਸਾਡੀ ਜ਼ਿੰਮੇਵਾਰੀ ਹੈ, ਔਰ ਇਸੇ ਕਰਕੇ ਅਸੀਂ ਇਸ ਸਮਾਜ ਸੇਵਾ ਤੇ ਸੰਵਿਧਾਨ ਦੀ ਲੜੀ ਔਰ ਕੜੀ ਨੂੰ ਲਗਾਤਾਰ ਬਣਾਈ ਰੱਖਾਂਗੇ। ਹੁਣ ਤੁਹਾਡੇ ਤੋਂ ਵਿਦਾਈ ਲੈਣ ਦਾ ਵਕਤ ਹੋਇਆ। ਅਗਲੇਰੇ ਪ੍ਰੋਗਰਾਮ ਦੇ ਵਿੱਚ ਇਸੇ ਮਸਲੇ ਨੂੰ ਲੈ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।